ਗੁਰਦਿਆਲ ਸਿੰਘ ਦਾ ਨਾਵਲ ਅਣਹੋਏ। ਪੰਜਵਾਂ ਅੰਗ। ਬਿਸ਼ਨਾ ਤੇ ਦਿਆਕੁਰ ਅਜੇ ਸੁੱਤੇ ਨਹੀਂ ਸੀ ਉੱਠੇ ਜਦੋਂ ਕੋਠੜੀ ਦਾ ਭੀੜਿਆ ਬੂਹਾ ਖੋਲ ਕੇ ਭਗਤੇ ਦਾ ਛੋਟਾ ਮੁੰਡਾ ਮਾਘੀ ਚੁੱਪ ਕਰਕੇ ਅੰਦਰ ਆ ਵੜਿਆ ਤੇ ਦਿਆਕੁਰ ਦੀ ਰਜਾਈ ਦਾ ਪੱਲਾ ਚੁੱਕ ਕੇ ਉਹਦੇ ਨਾਲ ਪੈ ਗਿਆ। ਦਿਆਕੁਰ ਦੀ ਅੱਖ ਖੁੱਲ ਗਈ ਤੇ ਮਾਘੀ ਨੂੰ ਇੰਜ ਚੁਪੀਤਿਆਂ ਹੀ ਆਪਣੇ ਨਾਲ ਪੈਂਦਿਆਂ ਵੇਖ ਕੇ ਮੁਸਕਰਾਈ, ਪਰ ਬੋਲੀ ਨਾ। ਮਾਘੀ ਨੇ ਉਹਦੀ ਹਿੱਕ ਉੱਤੇ ਬਾਂਹ ਧਰ ਲਈ ਤੇ ਢਿੱਡ ਤੇ ਲੱਤ ਰੱਖ ਕੇ ਉਹਦੇ ਨਾਲ ਚਿਚੜੀ ਵਾਂਗ ਚਿਮਟ ਕੇ ਪੈ ਗਿਆ। ਦਿਆਕੁਰ ਨੂੰ ਇੱਕ ਵਾਰ ਮਾਘੀ ਦਾ ਠਰਿਆ ਸਿਰ ਆਪਣੇ ਪਿੰਡੇ ਨਾਲ ਲੱਗਦਾ ਮਹਿਸੂਸ ਹੋਇਆ, ਪਰ ਫਿਰ ਉਹਦੇ ਅੰਦਰੋਂ ਹੀ ਜਿਵੇਂ ਕੁਝ ਮਗਣ ਲੱਗ ਪਿਆ ਤੇ ਸਾਰਾ ਪਿੰਡਾ ਨਿੱਘਾ ਨਿੱਘਾ ਹੋ ਗਿਆ। ਓਏ, ਆ ਮੇਰੇ ਨਾਲ ਕੀ ਪਿਆ ਕਤੂਰਾ ਜਿਹਾ? ਉਹਨੇ ਮੁਸਕਰਾਉਂਦਿਆਂ ਮਾਘੀ ਦਾ ਸਿਰ ਹੱਥ ਨਾਲ ਟੋਹ ਕੇ ਆਖਿਆ। ਹੈ, ਇਹ ਕੀ ਹੋਇਆ? ਇਹ ਤਾਂ ਕੋਈ ਜਨੌਰ ਲੱਗਦਾ। ਮਾਘੀ ਬਿੰਦ ਕੋਵੇਂ ਅਹਿਲ ਪਿਆ ਰਿਹਾ, ਪਰ ਫਿਰ ਖਿੜਖੜਾ ਕੇ ਇੰਨਾ ਹੱਸਿਆ ਕਿ ਗੂੜੀ ਨੀਂਦ ਸੁੱਤਾ ਬਿਸ਼ਨਾ ਵੀ ਉਹਦੀ ਹਾਸੀ ਨੇ ਜਗਾ ਦਿੱਤਾ। ਓਏ, ਤੂੰ ਐ? ਦਿਆਕੁਰ ਨੇ ਰਜਾਈ ਉਹਦੇ ਮੂੰਹ ਤੋਂ ਲਾ ਕੇ ਆਖਿਆ। ਹੈ, ਤੂੰ ਕਿੱਧਰੋਂ ਆ ਗਿਆ? ਆ ਦਿਆ, ਚੌੜ ਨਾਲ ਮਾਘੀ ਨੇ ਦਿਆਕੁਰ ਦੀ ਹਿੱਕ ਟੋਹਦਿਆਂ ਆਖਿਆ। ਕਦੋਂ ਆ ਗਿਆ? ਹੁਣੇ। ਹੁਣੇ ਕਦੋਂ? ਚੌਰਾ, ਤੂੰ ਬਾਹਰ ਕਿਵੇਂ ਖੋਲਿਆ? ਬਾਲ ਖੁੱਲਾ ਹੀ ਛੀ, ਮੇਰੀ ਬੇਬੇ ਬਾਲ ਗਈ ਛੀ, ਬਾਪੂ ਹੁੰਗਲ ਮਾਲੀ ਦੰਦਾ ਛੀ ਤੇ ਮੈਂ ਭਾਦਾਇਆ ਚੋਲੀਓ। ਉਹ ਤੇਰਾ ਬਾਪੂ ਹੁੰਗਰ ਮਾਰੀ ਜਾਂਦਾ ਸੀ? ਬਿਸ਼ਨੇ ਨੇ ਉਂਝ ਤਾਂ ਮਾਘੀ ਤੋਂ ਭਾਵੇਂ ਚੌੜ ਨਾਲ ਹੀ ਪੁੱਛਿਆ, ਪਰ ਦਿਲੋਂ ਉਹਨੂੰ ਇਸ ਗੱਲ ਨੇ ਕੁਝ ਚਿੰਤਾ ਚ ਪਾਤਾ। ਹਾਂ, ਮਾਘੀ ਬੋਲਿਆ। ਦਿਵੇਂ ਤਾਇਆ ਲਾਤ ਨੂੰ ਛੱਡੇ ਬਾਲ ਮੂਲੇ ਪਾ ਬਾਲਾ ਕਤੂਲਾ ਕਲਦਾ ਹੁੰਦਾ ਨਾ, ਭੂੰ 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 ਹੂੰ, ਮੈਂ ਕੱਲੀ ਦੰਦਾ ਛੀ, ਐਂ ਕੱਲੀ ਜਾਂਦਾ ਸੀ ਮੇਲਾ ਬਾਪੂ, ਭੂੰ ਭੂੰ ਭੂੰ। ਇਹ ਕਹਿੰਦਿਆਂ ਮਾਘੀ ਫਿਰ ਉੱਚੀ ਉੱਚੀ ਹੱਸਣ ਲੱਗ ਪਿਆ। ਦਿਆਕੁਰ ਨੂੰ ਉਹਦੀ ਭੂੰ ਸੁਣ ਕੇ ਮੱਲੋ ਮੱਲੀ ਹਾਸੀ ਆ ਗਈ। ਬਿਸ਼ਨਾ ਵੀ ਹੱਸ ਪਿਆ, ਪਰ ਉਹਨੇ ਮਾਘੀ ਤੋਂ ਸਾਰੀ ਗੱਲ ਦਾ ਪਤਾ ਕਰਨ ਫੇਰ ਪੁੱਛਿਆ। ਓਏ ਮੇਘਿਆ, ਓਏ ਐਂ ਕਿਉਂ ਕਰਦਾ ਰਹਿੰਦਾ ਹੈ ਪਾਂ ਵਾਲੇ ਕਤੂਰੇ ਵਾਂਗੂ? ਉਹਦਾ ਕੁਛ ਦੁਖਦਾ? ਪਟਾ ਨਹੀਂ, ਮਾਘੀ ਨੇ ਐਤਕੀ ਸਿਆਣਿਆਂ ਵਾਂਗ ਗੰਭੀਰ ਹੋ ਕੇ ਕਿਹਾ। ਛਾਲਾ ਦਿਨ ਮੰਦੇ ਤੇ ਪਿਆ ਲੋਈ ਦੰਦਾ ਕਲ ਕੇ ਰੋਈ ਜਾਂਦਾ ਹੈ? ਦਿਆਕੁਰ ਨੇ ਹੈਰਾਨੀ ਨਾਲ ਪੁੱਛਿਆ। ਹਾਂ, ਮੇਲੀ ਬੇਰੇ ਛਾਲਾ ਦਿਨ ਉਹਨੂੰ ਗਾਲਾਂ ਕੱਢਦੀ ਲੈਂਦੀ ਆ। ਉਹ ਲੋਈ ਦੰਦਾ ਬਚ ਖਾਂਦਾ ਨਹੀਂ ਪੀਂਦਾ ਨਹੀਂ, ਲੋਈ ਲੋਈ ਦੰਦਾ ਕੁੱਤੇ ਵਾਂਗੂ ਹੂੰ 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 ਕਰਕੇ। ਮਾਘੀ ਐਤਕੀ ਫੇਰ ਹੱਸ ਪਿਆ, ਪਰ ਬਿਸ਼ਨਾ ਤੇ ਦਿਆਕੁਰ ਚੁੱਪ ਕਰ ਗਏ। ਦਿਆਕੁਰ ਨੇ ਮਾਘੀ ਨੂੰ ਹੋਰ ਗੱਲੀਂ ਪਾ ਲਿਆ। ਬਿਸ਼ਨਾ ਪੱਗ ਬੰਨ੍ਹ ਕੇ ਖੇਸ ਉੱਤੇ ਲੈ ਕੇ ਬੂਹੇ ਵੱਲ ਤੁਰ ਪਿਆ। ਅਜੇ ਸੂਰਜ ਚੰਗੀ ਤਰ੍ਹਾਂ ਨਹੀਂ ਸੀ ਚੜ੍ਹਿਆ। ਬੁੱਧਾ ਛੱਪਰ ਹੇਠੋਂ ਸੁੱਤਾ ਉੱਠ ਕੇ ਜੰਗਲ ਪਾਣੀ ਹੋ ਆਇਆ ਸੀ ਤੇ ਵਾਧੂ ਲੱਕੜਾਂ ਦੇ ਤੇ ਟੁੱਟੇ ਭੱਜੇ ਸੰਦ ਇੱਕ ਖੂੰਜੇ ਇਕੱਠੇ ਕਰਨ ਲੱਗਿਆ ਸੀ। ਬਿਸ਼ਨੇ ਨੇ ਇੱਕ ਵਾਰੀ ਉਹਦੇ ਵੱਲ ਵੇਖਿਆ ਤੇ ਫਿਰ ਚੁੱਪ ਕਰਕੇ ਬਾਹਰ ਨੂੰ ਤੁਰ ਪਿਆ। 4 ਦਿਨ ਹੋ ਗਏ। ਬਿਸ਼ਨੇ ਨੇ ਭਗਤੇ ਦੀ ਸ਼ਕਲ ਨਹੀਂ ਸੀ ਦੇਖੀ। ਉਹਨੂੰ ਪਤਾ ਸੀ ਵੀ ਭਗਤਾ ਉਹਦੇ ਨਾਲ ਬਿਟਰਿਆ ਹੋਇਆ ਸੀ। ਬਿਸ਼ਨੇ ਦਾ ਖਿਆਲ ਸੀ ਇਸੇ ਕਰਕੇ ਅਜੇ ਤਾਈਂ ਹਾਤੇ 'ਚ ਨਹੀਂ ਸੀ ਆਇਆ, ਪਰ ਮਾਘੀ ਦੀ ਦੱਸੀ ਗੱਲ ਨੇ ਉਹਨੂੰ ਸੱਚੀ ਫਿਕਰ ਪਾ ਦਿੱਤਾ ਸੀ। ਬਾਹਰਲੇ ਘਰ ਦੇ ਕਬਜ਼ੇ ਬਾਰੇ ਹੀ ਭਗਤਾ ਕੁਝ ਨਾਰਾਜ਼ ਹੋਇਆ ਸੀ। ਪੁਲਿਸ ਰਾਹੀਂ ਕਬਜ਼ਾ ਲੈਣ ਤੋਂ 3-4 ਦਿਨ ਪਹਿਲਾਂ ਉਹਨੂੰ ਸਾਰੀ ਗੱਲ ਗੋਕਲ ਚੌਧਰੀ ਨੇ ਅੱਡ ਸੱਦ ਕੇ ਸਮਝਾ ਦਿੱਤੀ ਸੀ ਤੇ ਉਹਨੇ ਬਿਸ਼ਨੇ ਨੂੰ ਘਰ ਦਾ ਕਬਜ਼ਾ ਛੱਡ ਦੇਣ ਦੀ ਸਲਾਹ ਦਿੱਤੀ ਸੀ, ਪਰ ਉਹਨੇ ਭਗਤੇ ਨੂੰ ਘੂਰਤਾ ਸੀ। ਜੇ ਤੈਨੂੰ ਪੁਲਿਸ ਤੋਂ ਬਹੁਤਾ ਡਰ ਲੱਗਦਾ ਤਾਂ ਜਦੋਂ ਆਉਣਗੇ ਉੱਧਰ ਮਗਰਲੀ ਕੰਧ ਉੱਤੋਂ ਦੀ ਛਾਲ ਮਾਰ ਕੇ ਭੱਜੀ। ਭਗਤਾ ਅੰਦਰੋਂ ਭਾਵੇਂ ਗੁੱਸੇ ਸੀ, ਪਰ ਬਿਸ਼ਨੇ ਅੱਗੇ ਬੋਲਣ ਦਾ ਹੌਸਲਾ ਨਹੀਂ ਸੀ ਕਰ ਸਕਿਆ। ਬਿਸ਼ਨੇ ਤੇ ਦਿਆਕੁਰ ਨੇ ਉਹਨੂੰ ਪੁੱਤਾਂ ਵਾਂਗ ਪਾਲਿਆ ਸੀ। ਜਦੋਂ ਉਹਨਾਂ ਦੀ ਮਾਂ ਮਰੀ, ਭਗਤਾ 5 ਕੁ ਵਰ੍ਹਿਆਂ ਦਾ ਸੀ। ਦਿਆਕੁਰ ਦਾ ਜੇਠਾ ਮੁੰਡਾ ਭਗਤੇ ਦਾ ਹਾਣੀ ਸੀ। ਉਹਨਾਂ ਦੋਹਾਂ ਨੂੰ ਦਿਆਕੁਰ ਮੋਹ ਕਰਦੀ ਸੀ। ਬਿਸ਼ਨਾ ਵੀ ਜਦ ਕੱਪੜਾ ਲੀੜਾ ਜੁੱਤੀ ਜੋੜਾ ਲਿਆਉਂਦਾ, ਦੋਹਾਂ ਲਈ ਇਕੱਠਾ ਹੀ ਲਿਆਉਂਦਾ। ਦਿਆਕੁਰ ਦੇ 9 ਵਰ੍ਹਿਆਂ ਅੰਦਰ 5 ਮੁੰਡੇ ਤੇ 1 ਕੁੜੀ ਹੋਏ, ਪਰ ਸਾਰੇ ਹੀ ਕੋਈ ਭੱਜਣ, ਕੋਈ ਗਡੀਰੇ ਨਾਲ ਤੁਰਨ ਤੇ ਕੋਈ ਰਿੜਨਾ ਸਿੱਖ ਕੇ ਤੁਰ ਗਏ। ਉਹਦੇ ਸੁੰਨੇ ਵਿਹੜੇ 'ਚ ਇਕੱਲਾ ਭਗਤਾ ਹੀ ਰਹਿ ਗਿਆ। ਉਸੇ ਨੂੰ ਉਹਨੇ ਤੇ ਬਿਸ਼ਨੇ ਨੇ ਆਪਣਾ ਪੁੱਤ ਸਮਝ ਲਿਆ ਸੀ। ਭਗਤੇ ਨੇ ਵੀ ਵਾਹ ਲੱਗਦੀ ਕਦੇ ਉਹਨਾਂ ਮੂਹਰੇ ਅੱਖ ਉੱਚੀ ਨਹੀਂ ਸੀ ਕੀਤੀ, ਪਰ ਜਦ ਤੋਂ ਉਹਦਾ ਵਿਆਹ ਕੀਤਾ ਸੀ ਉਹਦੀ ਵਹੁਟੀ ਕਰਤਾਰੀ ਨੇ ਕੋਈ ਨਾ ਕੋਈ ਪੁਆੜਾ ਪਾਈ ਰੱਖਿਆ ਸੀ। ਅਜੇ 2 ਵਰ੍ਹੇ ਉਹਨੂੰ ਵਿਆਹ ਨੂੰ ਨਹੀਂ ਸੀ ਹੋਏ ਕਿ ਆਪਣੀ ਰੋਟੀ ਅੱਡ ਕਰਾ ਲਈ ਸੀ। ਉਸ ਪਿੱਛੋਂ ਹੁਣ ਤਾਈਂ ਕੰਮ ਅੱਡ ਕਰਨ ਪਿੱਛੇ ਉਹ ਪਹਿਲਾਂ ਅੰਦਰੋਂ ਅੰਦਰ ਤੇ ਫਿਰ ਉਜਗਰ ਹੋ ਕੇ ਕਹਿਣ ਲੱਗ ਪਈ। ਭਗਤੇ ਨੂੰ ਤਾਂ ਜਿਵੇਂ ਦਿਨ ਰਾਤ ਸੂਲੀ ਟੰਗੀ ਰੱਖਦੀ। ਬਿਸ਼ਨੇ ਨੂੰ ਜਦੋਂ ਕਦੇ ਕਹਿਰ ਦਾ ਗੁੱਸਾ ਆਉਂਦਾ ਤਾਂ ਉਹਦਾ ਜੀ ਕਰਦਾ ਇਸ ਚੰਦਰੀ ਤੀਵੀਂ ਨੂੰ ਵੱਢ ਕੇ ਖੂਹ 'ਚ ਸੁੱਟ ਆਵੇ, ਪਰ ਜਦੋਂ ਹੌਲੀ ਹੌਲੀ ਉਹ ਭਗਤੇ ਦੇ ਬਦਲਦੇ ਤੌਰ ਵੀ ਵੇਖਦਾ ਤਾਂ ਉਹਦਾ ਗੁੱਸਾ ਅੰਦਰੇ ਅੰਦਰ ਘੁਲਦੀ ਪੀੜ ਬਣ ਜਾਂਦਾ, ਜਿਹੜੀ ਕਈ ਵਾਰ ਉਹਦੇ ਲਈ ਅਸਹਿ ਹੋ ਉੱਠਦੀ। ਪਿਛਲੇ ਕੁਝ ਚਿਰ ਤੋਂ ਬਿਸ਼ਨਾ ਆਪ ਹੀ ਮੌਕਾ ਭਾਲ ਰਿਹਾ ਸੀ ਕਿ ਕਿਵੇਂ ਭਗਤੇ ਦਾ ਕੰਮ ਚਲਾ ਕੇ ਉਹਨੂੰ ਅੱਡ ਕਰ ਦੇਵੇ।
ਉਹਦਾ ਆਪਣਾ ਕੀ ਬਣੇਗਾ ਇਹਦਾ ਉਹਨੂੰ ਕਦੇ ਫਿਕਰ ਨਹੀਂ ਸੀ ਹੋਇਆ। ਕਈ ਵਾਰ ਦਿਆਕੁਰ ਦੇ ਕੰਨੀ ਜਦੋਂ ਕਰਤਾਰੀ ਦੀਆਂ ਵੱਡਵੀਆਂ ਗੱਲਾਂ ਪੈ ਜਾਂਦੀਆਂ ਤਾਂ ਉਹ ਤੋਂ ਆਪ ਮੁਹਾਰਾ ਹੀ ਆਪਣੀ ਇੱਕੋ ਇੱਕ ਨੂੰਹਾਂ ਵਰਗੀ ਦਰਾਣੀ ਬਾਰੇ ਅਜਿਹੇ ਸ਼ਬਦ ਬੋਲੇ ਜਾਂਦੇ ਜੋ ਆਮ ਉਹ ਕਦੇ ਜ਼ਬਾਨ ਉੱਤੇ ਨਹੀਂ ਸੀ ਲਿਆਉਂਦੀ। ਕਦੇ ਕਦੇ ਅੱਕਿਆਂ ਉਹ ਤੋਂ ਐਡਾ ਕੁ ਬੋਲ ਵੀ ਬੋਲਿਆ ਜਾਂਦਾ ਵੀ ਜਦੋਂ ਤੋਂ ਇਹ ਕੜਮੀ ਸਾਡੇ ਬਾਰ ਬੜੀ ਹੈ ਘਰ ਪਨਾਹ ਕਰਤਾ। ਬਿਸ਼ਨਾ ਅਜਿਹੇ ਵੇਲੇ ਦਿਆਕੁਰ ਵੱਲ ਘੂਰ ਕੇ ਵੇਖਦਾ, ਪਰ ਫਿਰ ਉਹਨੂੰ ਜਾਪਦਾ ਸ਼ਾਇਦ ਉਹ ਸੱਚ ਹੀ ਕਹਿੰਦੀ ਸੀ। ਕਦੇ ਇਸ ਘਰ 9 ਨਿੱਧਾਂ 18 ਸਿੱਧਾਂ ਹੁੰਦੀਆਂ ਸੀ। ਜਦੋਂ ਉਹਦੇ ਪਿਓ ਨੇ ਆਪਣੀ ਸਾਰੀ ਉਮਰ ਦੀ ਕਮਾਈ ਨਾਲ ਉਹਨਾਂ ਨੂੰ ਮੰਡੀ 'ਚ ਦੁਮੰਜ਼ਲੀ ਹਵੇਲੀ ਉਸਾਰ ਕੇ ਦਿੱਤੀ, ਉਦੋਂ ਉਹਨਾਂ ਦੋਹਾਂ ਭਰਾਵਾਂ ਨੇ ਕਈ ਵਰ੍ਹੇ ਸਿਰ ਜੋੜ ਕੇ ਇੰਨੀ ਮਿਹਨਤ ਕੀਤੀ ਕਿ ਬਾਰੀ ਕੋਹੀਂ ਉਹਨਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਸੀ। ਬਿਸ਼ਨਾ ਇੱਕ ਸਧਾਰਨ ਤਰਖਾਣ ਤੋਂ ਲੱਕੜ ਦਾ ਤਕੜਾ ਵਪਾਰੀ ਬਣ ਗਿਆ ਸੀ। ਉਸੇ ਕਮਾਈ 'ਚੋਂ ਉਹਨਾਂ ਮੰਡੀਓਂ ਬਾਹਰ ਵੱਡੀ ਸੜਕ ਤੇ 2 ਕਨਾਲਾਂ ਥਾਂ ਲੈ ਕੇ ਬਾਹਰਲਾ ਘਰ ਪਾਇਆ ਸੀ। ਪਰ ਜਦੋਂ ਸਤਾਰਾ ਢਲਣ ਲੱਗਿਆ ਤਾਂ ਢਲਦਾ ਤੁਰਿਆ ਗਿਆ। ਉਹਨਾਂ ਦਾ ਪਿਓ ਹਰਨਾਮਾ ਮਰ ਗਿਆ। ਭਗਤੇ ਦੇ ਘਰ ਕਰਤਾਰੀ ਵਰਗੀ ਚੰਦਰੀ ਤੀਵੀਂ ਆ ਗਈ। ਲੱਕੜ ਦੀਆਂ ਗੱਡੀਆਂ 'ਚ ਅਜਿਹਾ ਘਾਟਾ ਪਿਆ ਕਿ ਲੱਕ ਹੀ ਟੁੱਟ ਗਿਆ ਤੇ ਉਹ ਦੋਏ ਭਰਾ ਮੁੜ ਸਧਾਰਨ ਤਰਖਾਣ ਬਣ ਕੇ ਕਰੜੀ ਮਿਹਨਤ ਨਾਲ ਕੰਮ ਕਰਨ ਲੱਗ ਪਏ। ਬਿਸ਼ਨੇ ਨੇ ਮੰਦੇ ਤੋਂ ਮੰਦੇ ਤੇ ਚੰਗੇ ਤੋਂ ਚੰਗੇ ਦਿਨ ਵੀ ਵੇਖੇ ਸੀ, ਤਾਂ ਵੀ ਉਹਦੇ ਮੱਥੇ ਵੱਟ ਨਹੀਂ ਸੀ ਪਿਆ। ਪਰ ਜਦੋਂ ਭਗਤੇ ਬਾਰੇ ਸੋਚਦਾ ਤਾਂ ਜਾਪਦਾ ਉਹਦਾ ਸਿਰ ਨਰੜ ਕਰਕੇ ਆਪਣੇ ਨਾਲ ਧੂਣ ਦਾ ਉਹਨੂੰ ਕੋਈ ਹੱਕ ਨਹੀਂ ਸੀ। ਆਪਣੇ ਰਾਹੋਂ ਪਾਸੇ ਬਿਠਾ ਕੇ ਬਿਸ਼ਨਾ ਉਹਨੂੰ ਸੁਖੀ ਵਸਦਾ ਵੇਖਣਾ ਚਾਹੁੰਦਾ ਸੀ। ਹੁਣ ਵੀ ਇਹ ਨਹੀਂ ਸੋਚੀ ਪਿਆ। ਜਦੋਂ ਬਾਹਰੋਂ ਮੁੜਿਆ ਤਾਂ ਹਾਤੇ ਵੱਲ ਆਉਣ ਦੀ ਥਾਂ ਸਿੱਧਾ ਭਗਤੇ ਦੇ ਘਰ ਨੂੰ ਤੁਰਿਆ ਗਿਆ। ਬੂਹੇ ਵੜਦਿਆਂ ਉਹਨੇ ਖੰਗੂਰਾ ਮਾਰਿਆ ਤੇ ਰਸੋਈ ਮੂਹਰੇ ਭਾਂਡੇ ਮਾਂਜਦੀ ਕਰਤਾਰੀ ਨੇ ਰਤਾ ਕੋ ਪਾਸਾ ਭੁਆ ਕੇ ਮੂੰਹ ਨੀਵਾਂ ਕਰ ਲਿਆ। ਓਏ ਕਾਲੂ, ਤੇਰਾ ਬਾਪੂ ਕਿੱਥੇ ਆ? ਬਿਸ਼ਨੇ ਨੇ ਛੱਤੀ ਰਸੋਈ 'ਚ ਚੁੱਲ੍ਹੇ ਮੂਹਰੇ ਬੈਠੇ ਉਂਗੀ ਜਾਂਦੇ ਭਗਤੇ ਦੇ ਵੱਡੇ ਮੁੰਡੇ ਕਾਲੇ ਨੂੰ ਆਵਾਜ਼ ਦਿੱਤੀ। ਕਾਲੇ ਨੇ ਭੜਕ ਦੇ ਕੇ ਅੱਖਾਂ ਖੋਲ੍ਹਦਿਆਂ ਬਾਹਰ ਵੇਖਿਆ ਤੇ ਅੰਦਰ ਦਰਵਾਜ਼ੇ ਵੱਲ ਸੈਨਤ ਕਰਦਿਆਂ ਬੋਲਿਆ, ਇੱਧਰ ਅੰਦਰ ਪਿਆ ਤਾਇਆ ਦਰਵਾਜ਼ੇ 'ਚ। ਬਿਸ਼ਨਾ ਅੰਦਰ ਲੰਘ ਗਿਆ। ਦਰਵਾਜ਼ੇ ਦੇ ਛਿਪਦੇ ਪਾਸੇ ਹਨੇਰੇ ਖੁੰਝੇ 'ਚ ਭਗਤੇ ਦਾ ਮੰਜਾ ਸੀ। ਬਿਨਾਂ ਤਾਕੀਆਂ ਤੋਂ ਅਲਮਾਰੀ 'ਚ ਪਈ ਲਾਲਟੈਨ ਅਜੇ ਵੀ ਜਗੀ ਜਾਂਦੀ ਸੀ। ਚਾਰੇ ਪਾਸਿਓਂ 2 ਲਟੈਣਾਂ ਉੱਤੇ ਪਏ ਦਰਵਾਜ਼ੇ ਦੇ 3 ਬੂਹੇ ਤੇ 2 ਬਾਰੀਆਂ ਬੰਦ ਕੀਤੀਆਂ ਹੋਈਆਂ ਸੀ। ਬਿਸ਼ਨਾ ਚੁੱਪ ਕੀਤਾ ਤੁਰਿਆ ਗਿਆ ਤੇ ਭਗਤੇ ਦੇ ਮੰਜੇ ਕੋਲ ਪਈ ਭਰੂੰਗੜੀ ਉੱਤੇ ਬੈਠਦਾ ਬੋਲਿਆ, ਕੀ ਗੱਲ ਭਗਤਿਆ, ਕੁਛ ਢਿੱਲਾ ਹੈ? ਭਗਤੇ ਨੇ ਮੂੰਹ ਤੋਂ ਰਜਾਈ ਲਾਈ ਤੇ ਬਿਸ਼ਨਾ ਵੇਂਦਿਆਂ ਸਾਰ ਤੱਕ ਘਬਰਾ ਗਿਆ। ਉਹਨੂੰ ਇਉਂ ਲੱਗਿਆ ਜਿਵੇਂ 4 ਦਿਨਾਂ ਅੰਦਰ ਹੀ ਭਗਤਾ ਬੁੱਢਾ ਹੋ ਗਿਆ ਹੋਵੇ। ਉਹਦੀ ਵਿਰਲੀ ਨਿੱਕੀ ਦਾੜੀ 'ਚ ਲਾਲਟੈਨ ਦੇ ਚਾਨਣੇ ਵੀ ਬਿਸ਼ਨੇ ਨੂੰ ਧੌਲੇ ਝਲਕਦੇ ਲੱਗੇ। ਮੂੰਹ ਦਾ ਰੰਗ ਹਲਦੀ ਵਰਗਾ ਤੇ ਅੱਖਾਂ ਰਿਚ ਕੌਡੀਆਂ ਵਾਂਗੂ ਡੂੰਘੀਆਂ ਧਸੀਆਂ ਦਿਸੀਆਂ। ਤੇ ਜਦੋਂ ਭਗਤੇ ਨੇ ਸਿੱਧਾ ਛੱਤ ਵੱਲ ਝਾਕਦਿਆਂ ਠੀਕ ਹੈ ਆਖਿਆ ਤਾਂ ਉਹਦੀ ਮਰਨਾਊ ਆਵਾਜ਼ ਨੇ ਬਿਸ਼ਨੇ ਨੂੰ ਜਿਵੇਂ ਤਰਬਕਾ ਦਿੱਤਾ। ਤੂੰ ਤਾਂ 2 ਦਿਨਾਂ 'ਚ ਹੀ ਐਨ ਹੋ ਗਿਆ, ਗੱਲ ਕੀ ਹੈ? ਬਿਸ਼ਨੇ ਨੇ ਉਹਦੇ ਵੱਲ ਝਾਕਦਿਆਂ ਪੁੱਛਿਆ। ਕੁਛ ਨਹੀਂ, ਭਗਤਾ ਬਸ ਇੰਨਾ ਹੀ ਮੋੜ ਕਰ ਸਕਿਆ। ਫਿਰ ਉਵੇਂ ਸੁੰਨੀਆਂ ਅੱਖਾਂ ਨਾਲ ਛੱਤ ਵੱਲ ਝਾਕਣ ਲੱਗ ਪਿਆ। ਬਿਸ਼ਨਾ ਬਿੰਦਕ ਚੁੱਪ ਕਰਿਆ, ਉਹਦੇ ਵੱਲ ਵਹਿੰਦਾ ਰਿਹਾ। ਫਿਰ ਅੱਖਾਂ ਨੀਵੀਆਂ ਪਾ ਲਈਆਂ। ਉਹਨੂੰ ਆਪਣੀ ਹਿੱਕ ਵਿੱਚੋਂ ਕੁਝ ਮਰੋੜਵੀਂ ਪੀੜ ਉੱਠਦੀ ਜਾਪੀ ਜਿਹੜੀ ਅੱਖਾਂ ਤੱਕ ਆ ਗਈ ਤੇ ਅੱਖਾਂ 'ਚ ਰੋੜਾਂ ਵਾਂਗ ਕੁਝ ਚੁਭਦਾ ਲੱਗਿਆ। ਕਿੰਨਾ ਚਿਰ ਉਹਨਾਂ ਦੋਹਾਂ 'ਚੋਂ ਕੋਈ ਨਾ ਬੋਲਿਆ। ਬਿਸ਼ਨਾ ਨੀਵੀਂ ਪਾਈ ਬੈਠਾ ਰਿਹਾ ਤੇ ਭਗਤਾ ਬਿਤਰ ਛੱਤ ਵੱਲ ਝਾਕੀ ਗਿਆ। ਕੁਝ ਚਿਰ ਪਿੱਛੋਂ ਜਦੋਂ ਬਿਸ਼ਨੇ ਨੇ ਸਿਰ ਉੱਚਾ ਕੀਤਾ ਤਾਂ ਉਹਨੂੰ ਅਜਿਹੀ ਚੁੱਪ ਅਕਾਊ ਲੱਗੀ। ਕੋਈ ਦਵਾਈ ਬੂਟੀ ਲਈ ਸੀ? ਉਹਨੇ ਚੁੱਪ ਤੋੜਨ ਲਈ ਪੁੱਛਿਆ। ਨਹੀਂ, ਤੇ ਮੁੜੋ ਉਹ ਚੁੱਪ। 2 ਕੁ ਪਲ ਹੋਰ ਤੇ ਫਿਰ ਇਸ ਚੁੱਪ ਨੂੰ ਕਰਤਾਰੀ ਦੇ ਚਿਣਕਵੇਂ ਬੋਲਨੇ ਇਉਂ ਕੀਚਰਾਂ ਕਰਤਾ ਜਿਵੇਂ ਕਿਸੇ ਨੇ ਸ਼ੀਸ਼ੇ 'ਚ ਰੋੜਾ ਮਾਰਿਆ ਹੋਵੇ। ਦਵਾਈ ਬੂਟੀ ਜਿਹੜੀ ਤੁਸੀਂ ਦਿੱਤੀ ਹੈ ਉਸੇ ਨਾਲ ਹੀ ਅਗਲੇ ਪਿਛਲੇ 7 ਜਨਮਾਂ ਦੇ ਰੋਗ ਕੱਟੇ ਜਾਣਗੇ। ਦਰਵਾਜ਼ੇ ਦੇ ਬੂਹੇ ਅੰਦਰ ਆ ਕੇ ਦਵਾਈ ਬੂਟੀ ਜਿਹੜੀ ਤੁਸੀਂ ਦਿੱਤੀ ਹੈ ਉਸੇ ਨਾਲ ਹੀ ਅਗਲੇ ਪਿਛਲੇ 7 ਜਨਮਾਂ ਦੇ ਰੋਗ ਕੱਟੇ ਜਾਣਗੇ। ਦਰਵਾਜ਼ੇ ਦੇ ਬੂਹਿਓਂ ਅੰਦਰ ਆ ਕੇ ਇੱਕ ਹੱਥ ਢਾਕ ਉੱਤੇ ਧਰੀ, ਦੂਜੇ ਨਾਲ ਨਿੱਕਾ ਜਿਹਾ ਕਾਣਾ ਘੁੰਡ ਕੱਢੀ ਉਹਨੇ ਤਿੱਖੀ ਚੁੱਭਵੀਂ ਆਵਾਜ਼ 'ਚ ਆਖਿਆ, ਅਜੇ ਜੇ ਕੋਈ ਹੋਰ ਦਵਾਈ ਬੂਟੀ ਦੀ ਕਸਰ ਰਹਿ ਗਈ ਤਾਂ ਉਹ ਵੀ ਕੱਢ ਲਓ, ਸਾਡੀ ਤਾਂ ਖੈਰ ਹੈ। ਬਿਸ਼ਨੇ ਨੇ ਇੱਕ ਵਾਰੀ ਘੂਰ ਕੇ ਕਰਤਾਰੀ ਵੱਲ ਵੇਖਿਆ ਤੇ ਉਹਦੇ ਸਰੀਰ ਦਾ ਸਾਰਾ ਲਹੂ ਸਿਰ ਨੂੰ ਚੜ੍ਹਨ ਲੱਗ ਪਿਆ। ਬਿੰਦ ਦਾ ਬਿੰਦ ਉਹਨੂੰ ਆਪਣਾ ਆਪ ਕਾਬੂ ਤੋਂ ਬਾਹਰ ਹੁੰਦਾ ਜਾਪਿਆ। ਪਰ ਉਹਨੇ ਅੱਖਾਂ ਨੀਵੀਆਂ ਪਾਈ ਰੱਖੀਆਂ। ਜਦੋਂ ਮੁੜ ਨਿਗਾਹ ਉੱਚੀ ਕਰਕੇ ਭਗਤੇ ਦੇ ਮੂੰਹ ਵੱਲ ਦੇਖਿਆ, ਉਹ ਧੌਣ ਟੇਢੀ ਕਰਕੇ ਆਪਣੇ ਸਿਰਹਾਣੇ ਵੱਲ ਖੜੋਤੀ ਕਰਤਾਰੀ ਨੂੰ ਵੇਖਣ ਦਾ ਯਤਨ ਕਰ ਰਿਹਾ ਸੀ ਤੇ ਉਹਦੇ ਪੀਲੇ ਚਿਹਰੇ ਉੱਤੇ ਉੱਪਰੀ ਹੈਰਾਨੀ ਸੀ। ਹੁਣ ਛੱਡ ਦਿਓ ਇਹਦਾ ਖਹਿੜਾ, ਕਰਤਾਰੀ ਤੀਵੀਆਂ ਵਾਲੇ ਨਹੋਰੇ ਨਾਲ ਬੋਲੀ। ਜੇ ਇਹਦੀ ਜਾਨ ਸਲਾਮਤ ਚਾਹੁੰਦੇ ਹੋ ਤਾਂ ਜਿਸ ਹਾਲ ਹੈ ਉਸੇ ਰਹਿਣ ਦਿਓ। ਅਜੇ ਤਾਂ ਊਂ ਸੁੱਕ ਕੇ ਤੰਬੜੀ ਬਣਿਆ,
ਜੇ ਇੱਕ ਵਾਰੀ ਹੋਰ ਹੱਥ ਕੜੀ ਲਵਾਤੀ ਤਾਂ ਫਿਰ ਸਰਿਆ ਪਿਆ। ਤੁਹਾਡਾ ਤਾਂ ਕੁਝ ਨਹੀਂ ਜਾਣਾ, ਨਿਆਣੇ ਚੱਕ ਕੇ ਦਰ ਤਾਂ ਮੈਂ ਰੁਲਦੀ ਫਿਰੂ। ਓਏ ਕੁੱਤੀਏ, ਜ਼ੋਰ ਦੀ ਚਾਂਗਰ ਮਾਰ ਕੇ ਭਗਤੇ ਨੇ ਦੰਦੀਆਂ ਕਰੀਚੀਆਂ। ਕਰਤਾਰੀ ਸਹਿਮ ਕੇ ਚੁੱਪ ਹੋ ਗਈ। ਬਿਸ਼ਨੇ ਨੇ ਭਗਤੇ ਦੇ ਮੂੰਹ ਵੱਲ ਵੇਖਿਆ। ਉਹਦੀਆਂ ਗੱਲਾਂ ਦਾ ਰੰਗ ਕੁਝ ਬਦਲਿਆ ਲੱਗਿਆ ਤੇ ਘਸਮੈਲੀਆਂ ਅੱਖਾਂ ਲਾਲਟੈਨ ਦੇ ਚਾਨਣੇ ਭਿੱਜੀਆਂ ਦਿਸੀਆਂ। ਬਿਸ਼ਨੇ ਨੇ ਬੂਹੇ ਵੱਲ ਵੇਖਿਆ। ਮੂੰਹ ਵਿੱਚ ਬੁੜਬੁੜਾਉਂਦੀ ਕਰਤਾਰੀ ਬਾਹਰ ਚਲੀ ਗਈ। ਭਗਤਾ ਇੱਕ ਹੱਥ ਨਾਲ ਅੱਖਾਂ ਪੂੰਝਦਾ ਦੂਜੇ ਨਾਲ ਖਿੰਡਿਆ ਜੂੜਾ ਇਕੱਠਾ ਕਰ ਰਿਹਾ ਸੀ। ਉਹਦੀਆਂ ਬਾਹਾਂ ਬਿਸ਼ਨੇ ਨੂੰ ਫੱਟੀਆਂ ਵਰਗੀਆਂ ਹੋਈਆਂ ਜਾਪੀਆਂ। ਹੋਰ ਉਹ ਤੋਂ ਨਾ ਭਗਤੇ ਵੱਲ ਝਾਕਿਆ ਗਿਆ, ਨਾ ਉੱਥੇ ਬੈਠਿਆ ਗਿਆ। ਚੁੱਪ ਕਰਕੇ ਉੱਠਿਆ ਤੇ ਤੁਰ ਪਿਆ। ਵਿਹੜੇ 'ਚ ਆ ਕੇ ਉਹਨੂੰ ਰਸੋਈ 'ਚੋਂ ਕਰਤਾਰੀ ਦਾ ਬੋਲ ਫੇਰ ਸੁਣਿਆ। ਉਹਨੇ ਪੈਰ ਮਲ ਕੇ ਪਿਛਾਂਹ ਵੇਖਣਾ ਚਾਹਿਆ, ਪਰ ਸਿਰ ਨੂੰ ਚੜ੍ਹਦਾ ਲਹੂ ਅੱਖਾਂ 'ਚ ਆ ਕੇ ਕਾਲਾ ਸ਼ਾਹ ਹੋਣ ਲੱਗ ਪਿਆ ਸੀ। ਉਹਨੂੰ ਦਿਸਣੋਂ ਹਟਦਾ ਜਾਂਦਾ ਸੀ। ਅੰਨਿਆਂ ਵਾਂਗ ਪੈਰ ਧਰਦਾ ਬਾਹਰ ਗਲੀ 'ਚ ਆ ਗਿਆ। ਅੰਗ 6ਵਾਂ। ਘਰੇ ਆ ਕੇ ਬਿਸ਼ਨੇ ਨੇ ਚਾਹ ਵੀ ਨਾ ਪੀਤੀ ਤੇ ਬੁੱਧੇ ਦੇ ਨਾਲ ਲੱਕੜਾਂ ਠੀਕ ਕਰਾਉਣ ਲੱਗ ਪਿਆ। ਕੁਝ ਚਿਰ ਬੁੱਧਾ ਆਪ ਮੁਹਾਰਾ ਹੀ ਗੱਲਾਂ ਕਰੀ ਗਿਆ। ਬਿਸ਼ਨੇ ਨੇ ਹੂੰ ਹਾਂ ਦਾ ਵੱਧ ਕੋਈ ਜਵਾਬ ਨਾ ਦਿੱਤਾ, ਪਰ ਜਦੋਂ ਕੰਮ ਬਾਰੇ ਗੱਲ ਤੁਰੀ ਤਾਂ ਉਹ ਇੱਕ ਮੁੱਢੀ ਉੱਤੇ ਬਹਿ ਕੇ ਸੋਚੀ ਪੈ ਗਿਆ। ਕੁਝ ਚਿਰ ਮਗਰੋਂ ਬੁੱਧੇ ਨੂੰ ਸੱਦ ਕੇ ਆਪਣੇ ਕੋਲ ਬਿਠਾਉਂਦਿਆਂ ਬੋਲਿਆ, ਤੂੰ ਭਗਤੇ ਨੂੰ ਮਿਲਿਆ ਸੀ ਅੱਜ ਭਲਕ? ਪਰਸੋਂ ਤਾਂ ਗਿਆ ਸੀ, ਫੇਰ ਨਹੀਂ ਜਾਇਆ ਗਿਆ ਕਿਉਂ? ਬਿਸ਼ਨਾ ਚੁੱਪ ਕਰ ਗਿਆ। ਕੁਝ ਸੋਚ ਕੇ ਬੋਲਿਆ, ਅੱਜ ਕਿਸੇ ਵੇਲੇ ਉਹਨੂੰ ਜਾ ਕੇ ਪੁੱਛੀ ਬਈ ਜੇ ਉਹਦੀ ਕੰਮ ਅੱਡ ਕਰਨ ਦੀ ਸਲਾਹ ਹੈ ਤਾਂ ਬਾਹਰਲੇ ਘਰ ਰੋੜਾਂ 'ਚ ਜਿਹੜੀਆਂ ਲੱਕੜਾਂ ਪਈਆਂ ਉਹ ਚੱਕ ਲਿਆਵੇ, ਸੰਦ ਵੀ ਜਿਹੜੇ ਕਹੂ ਦੇ ਦਿਆਂਗੇ। ਅੱਡ? ਬੁੱਧੇ ਨੂੰ ਗੱਲ ਦੀ ਜਿਵੇਂ ਸਮਝ ਨਹੀਂ ਸੀ ਪਈ। ਇਹ ਬਾਈ ਤੂੰ ਕੀ ਕਹਿਣਾ? ਮੈਂ ਤਾਂ ਜੋ ਕਹਿਣਾ ਸੋ ਕਹਿਣਾ, ਤੂੰ ਉਹਨੂੰ ਜਾ ਕੇ ਪੁੱਛੀ। ਇਹ ਕਹਿ ਕੇ ਉੱਠ ਖੜੋਤਾ, ਪਰ ਬੁੱਧਾ ਪਹਿਲਾਂ ਬਿਸ਼ਨੇ ਵੱਲ ਝਾਕਦਾ ਰਿਹਾ, ਫਿਰ ਨੀਵੀਂ ਪਾ ਕੇ ਧਰਤੀ ਵੱਲ ਇਉਂ ਵੇਖਣ ਲੱਗ ਪਿਆ ਜਿਵੇਂ ਉਹਨੇ ਕੋਈ ਅੱਲੋਕਾਰ ਗੱਲ ਸੁਣੀ ਹੋਵੇ ਤੇ ਕਿੰਨਾ ਚਿਰ ਉੱਥੇ ਹੀ ਬੈਠਾ ਰਿਹਾ। ਬੁੱਧੇ ਲਈ ਅਜਿਹੀ ਗੱਲ ਸੀ ਵੀ ਅਸਲੋਂ ਅੱਲੋਕਾਰ। ਉਹਨੂੰ 20 ਵਰ੍ਹੇ ਉਹਨਾਂ ਨਾਲ ਕੰਮ ਕਰਦਿਆਂ ਹੋ ਗਏ ਸੀ ਤੇ ਜਿਵੇਂ ਕੰਮ ਤੁਰਿਆ ਆਇਆ ਸੀ ਉਹਦਾ ਖਿਆਲ ਸੀ ਵੀ ਸਾਰੀ ਉਮਰ ਇੰਝ ਹੀ ਤੁਰਦਾ ਜਾਏਗਾ। ਕਰਤਾਰੀ ਦੇ ਸੁਭਾਅ ਕਰਕੇ ਕਦੇ ਉਹਨੂੰ ਜੇ ਅਜਿਹੀ ਗੱਲ ਦਾ ਸ਼ੱਕ ਵੀ ਪੈਂਦਾ ਤਾਂ ਉਹ ਇਸ ਬਾਰੇ ਸੋਚਦਾ ਹੀ ਨਹੀਂ ਸੀ, ਜਿਵੇਂ ਅਜਿਹੀ ਗੱਲ ਸੋਚਣੋਂ ਉਹਨੂੰ ਡਰ ਲੱਗਦਾ ਹੋਵੇ। ਉਂਝ ਜਿਹੜੀ ਇਸ ਘਰ ਨਾਲ ਬੁੱਧੇ ਦੀ ਸਾਂਝ ਸੀ ਉਹ ਕੋਈ ਅਜਿਹੀ ਗੱਲ ਸੋਚਣੀ ਨਹੀਂ ਸੀ ਦਿੰਦੀ। ਬੁੱਧਾ ਭਗਤੇ ਤੋਂ 4-5 ਵਰ੍ਹੇ ਵੱਡਾ ਬਿਸ਼ਨੇ ਕੇ ਜੱਦੀ ਪਿੰਡ ਦੇ ਚਮਿਆਰਾਂ ਦਾ ਮੁੰਡਾ ਸੀ। ਪਿਓ ਉਹਦਾ ਸਾਰੀ ਉਮਰ ਸੀਰੀ ਰਲਦਾ ਰਿਹਾ। ਉਹ ਤੋਂ ਬੁੱਧੇ ਨੂੰ ਜੁੱਤੀ ਜੋੜੇ ਦਾ ਕੰਮ ਵੀ ਨਾ ਸਿਖਾਇਆ ਗਿਆ। ਕਈ ਵਾਰੀ ਕਿਸੇ ਰਿਸ਼ਤੇਦਾਰ ਕੋਲ ਕੰਮ ਸਿੱਖਣ ਲਾਇਆ ਵੀ, ਪਰ ਉਹ ਕਈ ਜੋੜਿਆਂ ਦੀ ਟਾਕੀ ਖਰਾਬ ਕਰ ਬੈਠਾ ਤੇ 2 ਸਾਲ ਲਾ ਕੇ ਵੀ ਉਹਨੂੰ ਰੰਬੀ ਸਿੱਧੀ ਚਲਾਉਣੀ ਨਾ ਆਈ। ਇੱਕ ਵਾਰੀ ਉਂਗਲ 'ਚ ਆਰ ਚੁਭੋ ਬੈਠਾ ਤੇ 20 ਦਿਨ ਹੱਥ ਪਕਾਈ ਫਿਰਦਾ ਰਿਹਾ। ਉੱਥੋਂ ਲਿਆ ਕੇ ਸੀਰੀ ਰਲਾਇਆ ਤਾਂ ਸਰੀਰ ਦਾ ਕਮਜ਼ੋਰ ਹੋਣ ਕਰਕੇ ਜੱਟਾਂ ਦੇ ਜੜ ਕੰਮ ਦੀ ਧੰਗੇੜ 6 ਮਹੀਨੇ ਨਾ ਝੱਲੀ ਤੇ ਰਹਿ ਖੜੋਤਾ। ਜਦੋਂ ਹੋਰ ਕਿਸੇ ਪਾਸੇ ਹੱਥ ਨਾ ਪਿਆ ਤਾਂ ਬੁੱਧੇ ਦੇ ਪਿਓ ਨੇ ਹਰਨਾਮੇ ਤੇ ਬਿਸ਼ਨੇ ਨਾਲ ਗੱਲ ਕਰਕੇ ਉਹਨਾਂ ਨਾਲ ਕੰਮ ਕਰਨ ਲਾਤਾ। ਉਨੀ ਦਿਨੀ ਬਿਸ਼ਨੇ ਦਾ ਕੰਮ ਸਿਰੇ ਸੀ, ਪਰ ਹੁਣ ਤਾਈਂ ਬੁੱਧੇ ਨੂੰ ਭਾਵੇਂ ਬਿਸ਼ਨੇ ਹੋਰਾਂ ਨਾਲ 20 ਵਰ੍ਹੇ ਕੰਮ ਕਰਦਿਆਂ ਹੋ ਗਏ ਸੀ, ਪਰ ਅਜੇ ਲੂਣ ਮਿਰਚਾਂ ਵਾਲਾ ਝੱਕਰਾ ਵੀ ਆਪੇ ਬਣਾਉਣਾ ਨਹੀਂ ਸੀ ਆਇਆ। ਉਂਝ ਉਹਨਾਂ ਦੋਹਾਂ ਭਰਾਵਾਂ ਦੇ ਨਾਲ ਉਹ ਪੂਰੇ ਕਾਰੀਗਰ ਤੋਂ ਵੱਧ ਕੰਮ ਕਰਾ ਸਕਦਾ ਸੀ, ਕੱਲਾ ਦਵਾਨੀ ਦਾ ਨਹੀਂ ਸੀ। ਫਰਨਾਹੀ ਨਾਲ ਲੱਕੜ ਚਰਾਉਣੀ, ਮੁੱਛੇ ਪਵਾਉਣੇ, ਤਛਾਈ ਕਰਨੀ, ਗੱਡੇ ਦੀਆਂ ਜੋੜੀ ਦੀਆਂ ਨਾਭਾਂ ਪੁੱਠੀਆਂ ਸਲਣੀਆਂ ਤੇ ਇਹੋ ਜਿਹਾ ਹੋਰ ਮੋਟਾ ਕੰਮ ਉਹ ਚੰਗਾ ਕਰਾ ਸਕਦਾ ਸੀ। ਪਰ ਜਦੋਂ ਕੱਲਾ ਚਰਖੇ ਦੀ ਗੁੱਝ ਵੀ ਪਾਉਣ ਲੱਗਦਾ ਤਾਂ ਉਹਦੇ ਹੱਥ ਕੰਬਣ ਲੱਗ ਜਾਂਦੇ। ਕਦੇ ਆਪ ਨੂੰ ਵੀ ਤਸੱਲੀ ਨਾ ਹੁੰਦੀ ਵੀ ਇਹ ਗੁੱਝ ਪੈ ਜਾਊਗੀ। ਬਿਸ਼ਨੇ ਨੇ ਅਜੇ ਤਾਈਂ ਬੁੱਧੇ ਨੂੰ ਭਗਤੇ ਨਾਲੋਂ ਵੱਧ ਰੱਖਿਆ ਸੀ। ਭਾਵੇਂ ਜਦੋਂ ਉਹ ਕੰਮ ਲੱਗਿਆ ਸੀ ਉਹਦੇ ਨਾਲ 100 ਰੁਪਈਆ ਸਾਲ ਦਾ ਤੇ ਰੋਟੀ ਕੱਪੜਾ ਕਾਰਮਿਆਂ ਸੀ, ਪਰ ਉਸ ਪਿੱਛੋਂ ਕਈ ਵਾਰ ਇੱਕੜ ਦੁੱਕੜ ਕਰਕੇ ਬਿਸ਼ਨੇ ਨੇ 2-2, 3-3 100 ਵੀ ਸਾਲ ਦਾ ਉਹਨੂੰ ਦੇ ਛੱਡਿਆ ਸੀ। ਹੋਰ ਵੀ ਕਿਸੇ ਚੀਜ਼ ਵੱਲੋਂ ਵਾਹ ਲੱਗਦੀ ਉਹਨੂੰ ਕਦੇ ਥੋੜ੍ਹਨ ਨਹੀਂ ਸੀ ਦਿੰਦਾ। 5-7 ਕੁ ਵਰ੍ਹਿਆਂ ਪਿੱਛੇ ਬੁੱਧਾ ਇਉਂ ਉਹਨਾਂ ਦੇ ਘਰ 'ਚ ਰਚ ਮਿਚ ਗਿਆ ਜਿਵੇਂ ਘਰ ਦਾ ਹੀ ਬੰਦਾ ਹੋਵੇ, ਤੇ ਜਦੋਂ ਕੰਮ ਦਾ ਮੰਦਾ ਠੰਡਾ ਹੁੰਦਾ ਉਦੋਂ ਆਪ ਹੀ ਉਹ ਤੰਗੀ ਕੱਟ ਕੇ ਸਾਰ ਲੈਂਦਾ। ਪਰ ਜਦੋਂ 2-4 ਮਹੀਨੇ ਚੰਗਾ ਕੰਮ ਚੱਲ ਪੈਂਦਾ ਤਾਂ ਬਿਸ਼ਨਾ ਆਪੇ ਅਗਲੀ ਪਿਛਲੀ ਕਸਰ ਕੱਢ ਦਿੰਦਾ। ਬੁੱਧੇ ਦੀ ਉਮਰ 40 ਤੋਂ 2-3 ਕੁ ਵਰ੍ਹੇ ਘੱਟ ਸੀ ਤੇ ਉਹਨੂੰ ਇਉਂ ਜਾਪਦਾ ਜਿਵੇਂ ਹੁਣ ਰਹਿੰਦੀ ਉਮਰ ਵੀ ਉਹ ਇਸੇ ਘਰੇ ਕੱਟ ਸਕਦਾ ਸੀ, ਹੋਰ ਕਿਤੇ ਜਾਣ ਜੋਗਾ ਨਹੀਂ ਸੀ ਰਿਹਾ। ਬਿਸ਼ਨੇ ਨੂੰ ਪਤਾ ਸੀ ਵੀ ਭਗਤੇ ਤੋਂ ਅੱਡ ਹੋਣ ਵਾਲੀ ਗੱਲ ਬੁੱਧੇ ਲਈ ਵੱਡੀ ਸੱਟ ਸੀ। ਉਹ ਸਾਂਝੇ ਬਿੱਲੇ ਵਾਂਗ ਕਿਸੇ ਪਾਸੇ ਜੋਗਾ ਨਹੀਂ ਸੀ ਰਹਿਣਾ,
ਪਰ ਉਹਨੂੰ ਇਹ ਵੀ ਦਿਸਦਾ ਸੀ ਕਿ ਹੁਣ ਹੋਰ ਇੱਕ ਵੀ ਦਿਨ ਇਸ ਫੈਸਲੇ ਨੂੰ ਲਮਕਾਇਆ ਨਹੀਂ ਸੀ ਜਾ ਸਕਦਾ। ਤੇ ਉਦੋਂ ਆਥਣੇ ਬੜੀ ਬੇਦਲੀ ਨਾਲ ਬੁੱਧਾ ਭਗਤੇ ਦੇ ਘਰ ਗਿਆ। ਉਹ ਵਿਹੜੇ 'ਚ ਹਾਤੇ ਵਾਲੇ ਪਾਸੇ ਲੱਗਦੀ ਕੋਠੜੀ ਦੇ ਬੂਹੇ ਅੱਗੇ ਭਰੂੰਗੜੀ ਉੱਤੇ ਖੇਸ ਦੀ ਬੁੱਕਲ ਮਾਰੀ ਕੰਧ ਨਾਲ ਢੋ ਲਾ ਕੇ ਗੋਡਿਆਂ 'ਚ ਸਿਰ ਦੇਈ ਧੁੱਪੇ ਬੈਠਾ ਸੀ। ਬੁੱਧੇ ਨੇ ਪੂਰੇ ਯਤਨ ਨਾਲ ਆਪਣਾ ਰੌਂ ਬਦਲਣ ਦਾ ਯਤਨ ਕੀਤਾ। ਕਿਉਂ ਬਹੂ ਰਾਜੀ ਐ? ਉਹਨੇ ਵਿਹੜੇ 'ਚੋਂ ਹੀ ਆਖਿਆ ਤੇ ਹੱਸਣ ਦਾ ਯਤਨ ਕੀਤਾ। ਇਹ ਗੱਲ ਬੁੱਧੇ ਅੰਦਰ ਬਿਸ਼ਨੇ ਦੇ ਸੁਭਾਅ 'ਚੋਂ ਆ ਰਲੀ ਲੱਗਦੀ ਸੀ ਵੀ ਉਹ ਤੋਂ ਸੰਭਲਦੀ ਨਹੀਂ ਸੀ। ਇੰਨਾ ਮਖੌਲ ਕਰਨ ਸਾਰ ਜਦੋਂ ਉਹਨੂੰ ਯਾਦ ਆਇਆ ਵੀ ਉਹ ਭਗਤੇ ਕੋਲ ਕਿਸ ਕੰਮ ਆਇਆ ਸੀ ਤਾਂ ਉਹਦੀ ਮੁਸਕਰਾਹਟ ਫੂਸ ਦੀ ਅੱਗ ਵਾਂਗ ਬੁਝ ਗਈ। ਤੇ ਜਦੋਂ ਭਰੂੰਗੜੀ ਦੇ ਕੋਲ ਜਾ ਕੇ ਭੁੰਜੇ ਬੈਠਾ ਤਾਂ ਉਹਦਾ ਚਿਹਰਾ ਭਗਤੇ ਵਾਂਗ ਹੀ ਪੀਲਾ ਹੋ ਚੁੱਕਿਆ ਸੀ। ਕੀ ਹਾਲ ਆ? ਭਗਤੇ ਨੇ ਬਿਨਾਂ ਸਿਰ ਉਤਾਂਹ ਚੱਕਿਆ ਧੀਮੀ ਆਵਾਜ਼ ਨਾਲ ਪੁੱਛਿਆ। ਤੇ ਜਦੋਂ ਬੁੱਧੇ ਨੇ ਹੌਲੀ ਦੇਣੇ ਚੰਗਾ ਆਖਿਆ ਤਾਂ ਭਗਤੇ ਨੇ ਸਿਰ ਚੱਕ ਕੇ ਉਸ ਵੱਲ ਇਉਂ ਹੈਰਾਨੀ ਨਾਲ ਤੱਕਿਆ ਜਿਵੇਂ ਉਹ ਬੁੱਧੇ ਦਾ ਬੋਲ ਨਾ ਹੋਵੇ। ਕੀ ਗੱਲ, ਤੂੰ ਵੀ ਬਿਮਾਰ ਹੈ? ਭਗਤੇ ਦੇ ਚੁਰੜਾਏ ਹੋਠਾਂ ਉੱਤੇ ਨਰਮ ਜਿਹੀ ਮੁਸਕਰਾਹਟ ਆ ਗਈ ਤੇ ਉਹਨੂੰ ਆਪਣਾ ਸਰੀਰ ਕੁਝ ਜਾਨ ਸਿਰ ਹੋਇਆ ਲੱਗਿਆ। ਬੁੱਧੇ ਨੇ ਨੀਵੀਂ ਪਾਈ ਆਖਿਆ ਤੇ ਉਸ ਪਿੱਛੋਂ ਉਹ ਤੋਂ ਕਿੰਨਾ ਚਿਰ ਗੱਲ ਨਾ ਹੋਈ। ਕਰਤਾਰੀ ਬੁੱਧੇ ਦਾ ਬੋਲ ਸੁਣ ਕੇ ਦੂਜੇ ਬੂਹੇ 'ਚੋਂ ਨਿਕਲੀ ਤੇ ਬਿਨਾਂ ਬੁੱਕਲੋਂ ਸਿੱਧੀ ਚੁੰਨੀ ਦਾ ਪੱਲਾ ਖਿੱਚੀ ਉਹਨਾਂ ਦੇ ਨੇੜੇ ਪੈਰਾਂ ਭਾਰ ਭੁੰਜੇ ਆ ਬੈਠੀ। ਕੰਧਾਂ ਕੁੰਧਾਂ ਦਾ ਕੰਮ ਨਿਬੜ ਗਿਆ। ਉਹਨੇ ਆਪਣੇ ਵੱਲੋਂ ਜਿਵੇਂ ਬੁੱਧੇ ਨਾਲ ਸਰਸਰੀ ਗੱਲ ਤੋਰੀ। ਬੁੱਧੇ ਨੇ ਸਿਰ ਤਾਂ ਚੱਕ ਕੇ ਕਰਤਾਰੀ ਵੱਲ ਵੇਖਿਆ ਤੇ ਫਿਰ ਹੌਕਾ ਜਿਹਾ ਭਰ ਕੇ ਗੰਭੀਰ ਆਵਾਜ਼ 'ਚ ਬੋਲਿਆ, ਨਿਬੜ ਹੀ ਗਿਆ ਥੋੜਾ ਬਹੁਤ। ਕਿਉਂ? ਹੁਣੇ ਹੌਕੇ ਲੈਣ ਲੱਗ ਪਿਆ? ਕਰਤਾਰੀ ਦੀ ਆਵਾਜ਼ 'ਚ ਵਿਅੰਗ ਭਰੀ ਗੁੱਝੀ ਹਾਸੀ ਦਾ ਰਲਾ ਸੀ। ਭਾਵੇਂ ਨਾ ਉਹ ਬੁੱਧੇ ਨੂੰ ਉਹਦੀ ਹਾਸੀ ਸੁਣੀ ਸੀ ਤੇ ਨਾ ਹੀ ਘੁੰਡ ਵਿੱਚੋਂ ਮੂੰਹ ਦਿਸਿਆ ਸੀ। ਹੋਰ? ਉਹਨੇ ਡੱਕੇ ਨਾਲ ਮਿੱਟੀ ਖਰੋਲਦਿਆਂ ਕਿਹਾ। ਜਦੋਂ ਪਾਸੇ ਪੁੱਠੇ ਪੈਣ ਲੱਗ ਜਾਣ ਉਦੋਂ ਹੌਕੇ ਹੀ ਲੈਣੇ ਆ ਕਿ ਕਾਹਦੇ ਨਾਲ ਪਾਸੇ ਪੁੱਠੇ ਪੈ ਗਏ? ਕਰਤਾਰੀ ਨੇ ਭੇਤ ਜਾਣਨ ਲਈ ਪੁੱਛਿਆ। ਇਸ ਵਾਰ ਵੀ ਬੁੱਧੇ ਨੂੰ ਕਰਤਾਰੀ ਦੀ ਆਵਾਜ਼ ਉਹ ਰਲਾ ਲੱਗਿਆ। ਉਹ ਚੁੱਪ ਕਰ ਗਿਆ। ਭਗਤੇ ਨੇ ਅਜੇ ਤਾਈਂ ਮੁੜ ਸਿਰ ਤਾਂ ਨਹੀਂ ਸੀ ਚੱਕਿਆ। ਹੁਣ ਕੋਈ ਹੋਰ ਕਰਾਮਾਤ ਦਿਖਾਉਣ ਲੱਗਿਆ ਬਾਬਾ? ਕਰਤਾਰੀ ਨੇ ਫੇਰ ਕਿਹਾ। ਕਰਾਮਾਤਾਂ ਕਾਹਦੀਆਂ? ਜੋ ਦਾਤਾ ਕਰੇ। ਇੱਕ ਵਾਰ ਫੇਰ ਉਹ ਦੋਹੇ ਬਿੰਦਕ ਚੁੱਪ ਕਰ ਗਏ, ਪਰ ਕਰਤਾਰੀ ਨੇ ਜੋ ਕਹਿਣਾ ਸੀ ਉਹ ਇੰਨਾ ਚਿਰ ਚਿੱਤ 'ਚ ਰੱਖ ਸਕਣਾ ਉਹਦੇ ਲਈ ਮੁਸ਼ਕਿਲ ਸੀ। ਰਤਾ ਧੀਮੀ ਪਰ ਨਰੋਈ ਆਵਾਜ਼ 'ਚ ਬੋਲੀ, ਹੁਣ ਫਿਰ ਬਾਬਿਆਂ ਨੂੰ ਆਖੋ ਸਾਡਾ ਸੰਦ ਸੰਦੇੜਾ ਤਾਂ ਵੰਡ ਦੇਣ। ਇੱਕ ਵਾਰੀ ਬੁੱਧੇ ਦੇ ਸਰੀਰ ਵਿੱਚ ਝਰਨਾਟ ਜਿਹਾ ਛਿੜਿਆ। ਨਾਲ ਦੀ ਨਾਲ ਉਹ ਸੰਭਲ ਕੇ ਬੋਲਿਆ, ਸੋਚ ਲੋ। ਸੋਚਿਆ ਪਿਆ। ਐਤਕੀ ਕਰਤਾਰੀ ਦੇ ਬੋਲ ਵਿੱਚ ਉਹਦਾ ਸੁਭਾਵਕ ਗੜਕਾ ਸੀ। 100 ਹੱਥ ਰੱਸਾ ਸਿਰੇ ਤੇ ਗੰਢ। ਐਦੋਂ ਪਿੱਛੋਂ ਹੁਣ ਉਹਨਾਂ ਨਾਲ ਤਾਂ ਨਿਭਣੀ ਨਹੀਂ। ਉਹਨਾਂ ਨੇ ਕਰਨੇ ਆ ਪੁੱਠੇ ਕੰਮ। ਸਾਡੀ ਆ ਕਬੀਲਦਾਰੀ ਪੂਰੀ। ਆਥਣ ਔਗਣ ਢਿੱਡ ਖਾਣ ਨੂੰ ਮੰਗਦਾ, ਨਿਆਣੇ ਵੀ ਚੂੰਡਦੇ ਆ। ਉਹਨਾਂ ਦੇ ਮਗਰ ਲੱਗ ਕੇ ਅਸੀਂ ਠੂਠਾ ਤਾਂ ਨਹੀਂ ਫੜਨਾ। ਬੁੱਧਾ ਆਪਣੇ ਮਨ ਦੇ ਵਹਿਣਾਂ 'ਚ ਪੈ ਗਿਆ। ਭਗਤਾ ਗੋਡਿਆਂ 'ਚ ਸਿਰ ਦਈ ਕਰਤਾਰੀ ਦੀਆਂ ਕੌੜੀਆਂ ਕਸੈਲੀਆਂ ਸੁਣ ਰਿਹਾ ਸੀ। ਉਹਦੇ ਮਨ ਦੀ ਅਜੀਬ ਹਾਲਤ ਸੀ ਜਿਸ ਵਿੱਚ ਖਿੱਝ ਤੇ ਤਸੱਲੀ ਦੋਵੇਂ ਰਲੇ ਹੋਏ ਸਨ। ਪੀੜ ਉਹਦੇ ਅੰਦਰੋਂ ਸਾਰੇ ਸਰੀਰ ਨੂੰ ਝਿਰੜ ਰਹੀ ਸੀ। ਸ਼ਾਇਦ ਇਸੇ ਕਰਕੇ ਉਹਨੇ ਪਾਸਾ ਜਿਹਾ ਮਾਰਿਆ ਤੇ ਸਿਰ ਟੇਢਾ ਕਰ ਲਿਆ। ਪਰ ਕਰਤਾਰੀ ਨੂੰ ਜਿਵੇਂ ਚਿੱਤ 'ਚੋਂ ਵਰਿਆਂ ਦਾ ਗੁੱਬ ਗਵਾਟ ਕੱਢਣ ਦਾ ਅੱਜ ਹੀ ਮੌਕਾ ਮਿਲਿਆ ਹੋਵੇ। ਜਿਉਂ ਬੋਲਣ ਲੱਗੀ, ਕਿੰਨਾ ਚਿਰ ਬਿਸ਼ਨੇ ਤੇ ਦਿਆਕਰ ਨੂੰ ਭੁਣਦੀ ਰਹੀ। ਭਗਤਾ ਤੇ ਬੁੱਧਾ ਬੁੱਤ ਬਣੇ ਸੁਣਦੇ ਰਹੇ। ਇਹ ਫੈਸਲਾ ਅੱਜ ਭਲਕੇ ਕਰਾਓ, ਨਹੀਂ ਤਾਂ ਐਵੇਂ ਹੋਰ ਕੋਈ ਸਿਆਪਾ ਪੈਂਦਾ ਫਿਰੂਗਾ। ਅਖੀਰ ਜਿਵੇਂ ਉਹਨੇ ਚੇਤਾਵਨੀ ਦਿੱਤੀ ਤੇ ਉੱਠ ਕੇ ਬੋਲਦੀ ਹਾਰੇ 'ਚ ਦਾਲ ਧਰਨ ਜਾ ਲੱਗੀ। ਕੁਝ ਚਿਰ ਹੋਰ ਬੁੱਧਾ ਚੁੱਪ ਕਰਕੇ ਬੈਠਾ ਰਿਹਾ। ਅਖੀਰ ਨਿੰਮੋ ਝਿਣਾ ਜਿਹਾ ਬੋਲਿਆ, ਮੈਂ ਵੀ ਭਗਤਿਆ ਇਹੋ ਗੱਲ ਪੁੱਛਣ ਆਇਆ ਸੀ। ਬਾਈ ਨੇ ਆਖਿਆ ਬਈ ਜੇ ਤੇਰੀ ਕੰਮ ਅੱਡ ਕਰਨ ਦੀ ਸਲਾਹ ਹੈ ਤਾਂ ਸੰਦ ਵੰਡ ਲਈਏ। ਭਗਤੇ ਨੇ ਅਜੇ ਵੀ ਸਿਰ ਨਹੀਂ ਸੀ ਚੱਕਿਆ। ਬੁੱਧੇ ਨੂੰ ਜਾਪਿਆ ਜਿਵੇਂ ਉਹ ਗੋਡਿਆਂ 'ਚ ਸਿਰ ਦਈ ਰੋ ਰਿਹਾ ਹੋਵੇ। ਮੇਰਾ ਤਾਂ ਬਾਈ ਇਹ ਗੱਲ ਸੋਚ ਕੇ ਕਾਲਜਾ ਪਾਟਦਾ। ਬੁੱਧਾ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਤੇ ਫਿੱਸ ਪਿਆ। ਅੱਖਾਂ ਪੂੰਝਦਿਆਂ ਘੱਗੀ ਆਵਾਜ਼ 'ਚ ਬੋਲਿਆ, ਤੁਹਾਡਾ ਨੂਣ ਪਾਣੀ ਸਾਰੀ ਉਮਰ ਖਾਧਾ, ਐਂ ਘਰ ਦੁਫਾੜ ਹੁੰਦਾ ਮੈਥੋਂ ਦੇਖਿਆ ਨਹੀਂ ਜਾਂਦਾ ਬਈ। ਕੁਝ ਚਿਰ ਬੁੱਧੇ ਤੋਂ ਫੇਰ ਨਾ ਬੋਲਿਆ ਗਿਆ। ਕਰਤਾਰੀ ਬੂਹੇ 'ਚ ਸੂਹ ਲੈਂਦੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ, ਪਰ ਬੁੱਧੇ ਨੂੰ ਇਹਦਾ ਕੋਈ ਖਿਆਲ ਨਹੀਂ ਸੀ। ਪਰ ਅੱਛਾ, ਜੋ ਭਾਵੇਂ ਕਰਤਾਰ। ਕੁਝ ਚਿਰ ਪਿੱਛੋਂ ਅੱਖਾਂ ਪੂੰਝ ਕੇ ਦਿਲ ਕਰੜਾ ਕਰਦਿਆਂ ਉਹਨੇ ਕਿਹਾ, ਜੇ ਐਵੇਂ ਹੋਣੀ ਹੈ ਤਾਂ ਕਾਹਨੂੰ ਹੋਰ ਕਲੇਸ਼ ਵਧਾਉਣਾ ਹੈ? ਮੈਂ ਸੰਦ ਚੱਕ ਲਿਆਊਂ ਕੱਲ ਨੂੰ। ਮੈਨੂੰ ਤਾਂ ਜੇ ਤੂੰ ਆਖੇਂਗਾ ਤੇਰੇ ਨਾਲ ਰਹਿ ਪਊ, ਜੇ ਬਾਈ ਆਖੂ ਉੱਧਰ ਜਾਂਦਾ ਰਹੂੰ। ਜਿਵੇਂ ਤੁਹਾਡੀ ਮਰਜ਼ੀ ਕਰ ਲਿਓ। ਭਗਤਾ ਅਜੇ ਵੀ ਚੁੱਪ ਸੀ। ਚੰਗਾ, ਮੈਂ ਚੱਲਦਾ, ਸੰਦ ਮੈਂ ਚੱਕ ਲਿਆ।
ਬਾਹਰਲੇ ਘਰੇ ਪਈਆਂ ਲੱਕੜਾਂ ਕਿਸੇ ਪੱਲੇਦਾਰ ਦੀ ਰੇਹੜੀ ਫੜ ਕੇ ਢੋ ਲਾਂਗੇ। ਉੱਠ ਕੇ ਤੁਰਦਿਆਂ ਬੁੱਧੇ ਨੇ ਕਿਹਾ ਤੇ ਬਿੰਦ ਕੁਖੜੋ ਕੇ ਖੇਸ ਦੀ ਬੁੱਕਲ ਸੂਤ ਕਰਨ ਦੇ ਬਹਾਨੇ ਭਗਤੇ ਦਾ ਜਵਾਬ ਉਡੀਕਦਾ ਰਿਹਾ। ਪਰ ਭਗਤੇ ਨੇ ਨਾ ਸਿਰ ਤਾਂ ਚੱਕਿਆ ਨਾ ਮੂੰਹ ਖੋਲਿਆ। ਬੁੱਧੇ ਦੇ ਜਾਣ ਪਿੱਛੋਂ ਉਹਨੇ ਖੇਸ ਨਾਲੇ ਉਹ ਮੂੰਹ ਪੂੰਝਿਆ ਜਿਵੇਂ ਮੁੜਕਾ ਆਇਆ ਹੋਵੇ ਤੇ ਫਿਰ ਸੱਜੇ ਪਾਸੇ ਤੂੜੀ ਵਾਲੀ ਕੋਠੜੀ ਅੰਦਰ ਵੇਖਣ ਲੱਗ ਪਿਆ। ਕੋਠੜੀ ਦੀ ਛੱਤ ਤੋਂ ਗਜ਼ ਕੁ ਹੇਠਾਂ ਕਰਕੇ ਪਾਈ ਪੜਛੱਤੀ ਉੱਤੇ ਹਨੇਰੇ 'ਚ ਸੰਦੂਕ ਦੇ ਚੀਰੇ ਹੋਏ ਕਾਠ ਦੇ ਪਿਛਲੇ ਪਾਸੇ ਕਾਲਾ ਕਾਲਾ ਡੰਡਾ ਜਿਹਾ ਉਹਨੂੰ ਦਿਸਿਆ ਤੇ ਉਸ ਵੱਲ ਹੈਰਾਨੀ ਨਾਲ ਵੇਂਦਾ ਰਿਹਾ। ਪਰ ਪਲਕੂ ਪਿੱਛੋਂ ਉਧਰੋਂ ਨਿਗਾਹ ਹਟਾ ਕੇ ਉਹ ਭਰੂੰਗੜੀ ਦੀ ਦੌਣ ਵੱਲ ਝਾਕਣ ਲੱਗ ਪਿਆ ਜਿਵੇਂ ਪੜਛੱਤੀ ਉੱਤੋਂ ਕਿਰਕੇ ਉਹਦੀਆਂ ਅੱਖਾਂ 'ਚ ਰੇਤਾ ਪੈ ਗਿਆ ਹੋਵੇ। ਭਗਤੇ ਨੂੰ 7 ਦਿਨ ਪਹਿਲਾਂ ਵਾਲੀ ਉਹ ਰਾਤ ਯਾਦ ਆ ਗਈ ਜਦੋਂ ਭਗਤਾ ਬਿਸ਼ਨੇ ਤੋਂ ਚੋਰੀਓਂ ਮੂੰਹ ਹਨੇਰੇ ਰੇਹੜੀ ਉੱਤੇ 2 ਸੰਦੂਕਾਂ ਦਾ ਕਾਠ ਤੇ ਇਹਦੇ ਮਗਰ ਲੁਕਾ ਕੇ ਰੱਖੇ ਸੰਦ ਚੁੱਕ ਲਿਆਇਆ ਸੀ। ਗੋਕਲ ਚੌਧਰੀ ਨੇ ਉਹਨੂੰ ਜਦੋਂ ਸਾਰੀ ਗੱਲ ਸਮਝਾਤੀ ਸੀ ਤਾਂ ਨਾਲ ਹੀ ਇਹ ਵੀ ਸਮਝਾਤਾ ਸੀ ਵੀ ਜਿਹੜਾ ਸਮਾਨ ਉਹ ਆਪਣੇ ਘਰ ਲੈ ਜਾਏਗਾ ਉਹ ਪਿਓ ਦਾਦੇ ਦਾ ਸੀ। ਕਬਜ਼ੇ ਵਾਲੇ ਸਰਕਾਰ ਕੋਲ ਗਏ ਸਮਾਨ ਦੀ ਰੁਪਈਏ 'ਚ ਦੁਆਨੀ ਵੀ ਪੱਲੇ ਨਹੀਂ ਸੀ ਪੈਣੀ। ਇਹ ਗੱਲ ਸੁਣ ਕੇ ਕਰਤਾਰੀ ਨੇ ਸਾਰੀ ਰਾਤ ਉਹਨੂੰ ਟਿਕਣ ਨਹੀਂ ਸੀ ਦਿੱਤਾ ਤੇ ਬਾਹਰਲੇ ਘਰ ਰਾਤ ਕੱਟਣ ਲਈ ਆਖਿਆ ਸੀ ਤੇ ਦੂਜੇ ਤੀਜੇ ਦਿਨ ਭਗਤਾ ਅੱਧੀ ਰਾਤ ਤਾਈਂ ਬਹਾਨਾ ਬਣਾ ਕੇ ਕੰਮ ਕਰਦਾ ਰਿਹਾ ਤੇ ਫਿਰ ਉੱਥੇ ਹੀ ਪੈ ਗਿਆ ਸੀ। ਉਸੇ ਰਾਤ ਉਹਨੇ ਇਹ ਕਾਠ ਤੇ ਸੰਦ ਚੁੱਕ ਕੇ ਲਿਆਂਦੇ ਸੀ। ਅਜਿਹੀ ਘਟੀਆ ਹਰਕਤ ਉਹਨੇ ਬਿਸ਼ਨੇ ਨਾਲ ਪਹਿਲੀ ਵੇਰ ਸੋਚੀ ਸੀ ਤੇ ਹੁਣ ਉਹਦੇ ਅੰਦਰ ਪੱਛਣੇ ਵਾਂਗ ਫਿਰਦੀ ਜਾਪਦੀ ਸੀ। ਉਹਦੇ ਪੀਲੇ ਚਿਹਰੇ ਉੱਤੇ ਅਵੱਲੀ ਮਾਨਸਿਕ ਪੀੜ ਉੱਭਰ ਆਈ ਸੀ ਜਿਸ ਕਰਕੇ ਉਹਦਾ ਮੂੰਹ ਜਿੰਨਾ ਬਿਮਾਰ ਲੱਗਦਾ ਸੀ ਉਦੋਂ ਬਹੁਤਾ ਡਰਾਉਣਾ ਲੱਗ ਰਿਹਾ ਸੀ। ਪਰ ਜਦੋਂ ਕਰਤਾਰੀ ਨੇ ਦੂਰੋਂ ਭਗਤੇ ਨੂੰ ਇੰਜ ਬੈਠਿਆਂ ਵੇਖਿਆ ਤਾਂ ਉਹਦਾ ਅੰਦਰ ਕਿਸੇ ਤਸੱਲੀ ਨਾਲ ਖਿੜ ਜਿਹਾ ਗਿਆ ਤੇ ਉਹਦੇ ਬੈਠਿਆਂ ਚੋਰ ਅੱਖ ਝਾਕਦੀ ਵਿਹੜੇ 'ਚ ਉਂਝੀ ਕਈ ਗੇੜੇ ਮਾਰ ਗਈ। ਅੰਗ 7। ਅਗਲੀ ਸਵੇਰ ਜਦੋਂ ਬਿਸ਼ਨੇ ਨੇ ਅੱਧਿਆਂ ਨਾਲੋਂ ਬਹੁਤੇ ਸੰਦ ਬੁੱਧੇ ਤੋਂ ਚੁਕਵਾ ਕੇ ਭਗਤੇ ਦੇ ਘਰ ਭੇਜ ਦਿੱਤੇ ਤੇ ਉਹ ਬਾਹਰਲੇ ਘਰੋਂ ਰੋੜਾਂ 'ਚ ਪਏ ਟਾਹਲੀ ਦੇ ਡਾਣੇ ਚੁੱਕਣ ਚਲਾ ਗਿਆ ਤਾਂ ਦਿਆਕੁਰ ਨੇ ਬਿਸ਼ਨੇ ਨੂੰ ਢਿੱਲਾ ਜਿਹਾ ਬੈਠਾ ਵੇਖ ਕੇ ਆਖਿਆ, ਹੈਂ ਓਏ ਸਰਬਣ ਦਾ ਪਿਓ, ਤੂੰ ਤਾਂ ਹੁਣੇ ਐਂ ਬਹਿ ਗਿਆ। ਕੀ? ਬਿਸ਼ਨੇ ਨੇ ਸਿਰ ਛੰਡ ਕੇ ਉਹ ਦਿਆਕੁਰ ਵੱਲ ਵੇਖਿਆ ਜਿਵੇਂ ਉਹਨੇ ਗਾਲ ਕੱਢੀ ਹੋਵੇ। ਕਿਵੇਂ ਬਹਿ ਗਿਆ ਮੈਂ? ਦਿਆਕੁਰ ਰਤਾ ਕੋ ਘਬਰਾਈ ਪਰ ਮੌਕਾ ਤਾੜਦਿਆਂ ਹੱਸ ਕੇ ਬੋਲੀ, ਮੈਂ ਖਾਏ ਕਿਉਂ ਬਹਿ ਗਿਆ ਜਿਵੇਂ ਕੁੜੀ ਦੱਬ ਕੇ ਆਏ ਹੁੰਨੇ ਆ ਵੇਖਦਾ ਸੀ ਵੀ ਐਸ ਮੁੱਢ ਨੂੰ ਕਿਹੜੇ ਲੋਟ ਫਾੜੇ ਮਾਰੀਏ। ਉਹਨੇ 2 ਕੁ ਹੱਥ ਲੰਮੇ ਟਾਹਲੀ ਦੇ ਮੁੱਢ ਦੇ ਪੋਰੇ ਦੇ ਗੇੜਾ ਦੇ ਕੇ ਗਢੀਰੇ ਦੇ ਪਈਏ ਵਾਂਗ ਰੇੜਦਿਆਂ ਨਰੋਈ ਆਵਾਜ਼ 'ਚ ਕਿਹਾ, ਪਰ ਉਹਦੇ ਹੱਥ ਪੋਰੀ ਉੱਤੋਂ ਅਜੇ ਵੀ ਤਿਲਕ ਰਹੇ ਲੱਗਦੇ ਸੀ। ਦਿਆਕੁਰ ਨੂੰ ਗੱਲ ਟਾਲਣ ਦਾ ਜਿਵੇਂ ਮੌਕਾ ਥਿਆ ਗਿਆ। ਉਹ ਗੰਭੀਰ ਹੋ ਕੇ ਉਹਦੇ ਕੋਲ ਬਹਿੰਦਿਆਂ ਬੋਲੀ, ਸੱਚ ਤੂੰ ਕੋਈ ਨਵੀਂ ਗੱਲ ਨਹੀਂ ਸੁਣੀ ਸਰਬਣ ਦਾ ਪਿਓ? ਕੀ? ਦਿਆਕੁਰ ਵੱਲ ਝਾਕ ਕੇ ਬਿਸ਼ਨੇ ਨੇ ਸੂਤ ਹੋ ਕੇ ਬਹਿੰਦਿਆਂ ਪੋਰੇ ਨਾਲ ਢੋ ਲਾ ਕੇ ਆਖਿਆ, ਕੋਈ ਭੁਚਾਲ ਭਚੂਲ ਆਉਣਾ? ਆਹੋ, ਦਿਆਕੁਰ ਨੇ ਉਹਦੇ ਵਾਲੇ ਰੌਂ 'ਚ ਹੀ ਜਵਾਬ ਦਿੱਤਾ। ਕਹਿੰਦੇ ਫੂਲ ਵਾਲਾ ਢਿੱਡਲ ਆਪਾਂ ਤੋਂ ਹੱਥਾਂ ਛਡਾਉਣ ਨੂੰ ਫਿਰਦਾ ਹੈ। ਤੂੰ ਕਿਤੋਂ ਸੁਣਿਆ? ਸੰਤੀ ਬਾਹਮਣੀ ਦੱਸ ਕੇ ਗਈ ਆ। ਆਖੇ ਬੇਲੀ ਰਾਮ ਫੂਲ ਗਿਆ ਸੀ, ਉੱਥੇ ਗੱਲ ਹੋਈ ਸੀ। ਬਿਸ਼ਨੇ ਨੇ ਬਿੰਦਕ ਚੁੱਪ ਕਰਕੇ ਸੋਚਿਆ ਤੇ ਫਿਰ ਮੁਸਕੜੀਆਂ ਹੱਸਦਿਆਂ ਬੋਲਿਆ, ਕੋਈ ਨਹੀਂ, ਆਉਣ ਦੇ। ਇਹਦੇ ਨਾਲ ਹੀ ਉਹਦੀਆਂ ਅੱਖਾਂ ਵਿੱਚ ਨਿਰਾਲੀ ਚਮਕ ਆਈ ਤੇ ਮਾਤਾ ਦਾਗੇ ਚੌੜੇ ਜਬਾੜਿਆਂ ਦਾ ਰਤਾ ਚੁਰੜਾਇਆ ਮਾਸ ਕੱਸਿਆ ਗਿਆ। ਤਿੱਖੇ ਬੈਠਵੇਂ ਨੱਕ ਦੇ ਪਤਲੇ ਨੱਥਣੇ ਫਰਕਣ ਲੱਗ ਪਏ। ਅੱਧੀਓਂ ਬਹੁਤੀ ਬੱਗੀ ਸੁਤਵੀਂ ਦਾੜੀ ਦੇ ਧੌਲੇ ਸੁਨਹਿਰੀ ਤਾਰਾਂ ਵਾਂਗ ਲਿਸ਼ਕੇ ਤੇ ਪਤਲੀਆਂ ਮੁੱਛਾਂ ਕੰਬਣ ਲੱਗ ਪਈਆਂ। ਜਦੋਂ ਦਿਆਕੁਰੇ ਇਹ ਆਉਂਦੀਆਂ ਉਦੋਂ ਇਕੱਠੀਆਂ ਹੀ ਆਉਂਦੀਆਂ ਹੁੰਦੀਆਂ। ਦਿਆਕੁਰ ਦੇ ਸਿਰ ਉੱਤੋਂ ਦੀ ਛੱਪਰ ਦੀ ਥੰਮੀ ਦੇ ਦੁਸਾਂਗੜ ਵੱਲ ਤਾੜਵੀਂ ਟਿਕਵੀਂ ਨਿਗਾਹ ਨਾਲ ਝਾਕਦਿਆਂ ਤੇ ਮੁੱਛਾਂ ਉੱਤੇ ਹੱਥ ਫੇਰਦਿਆਂ ਬਿਸ਼ਨਾ ਬੋਲਿਆ, ਕੋਈ ਨਹੀਂ, ਸਭ ਬੰਦਿਆਂ ਤੇ ਪੈਂਦੀਆਂ, ਗੱਲ ਕੀ ਆ? ਦਿਆਕੁਰ ਸੰਤੀ ਦੀਆਂ ਸੁਣਾਈਆਂ ਹੋਰ ਕਿੰਨੀਆਂ ਹੀ ਗੱਲਾਂ ਦੱਸਦੀ ਰਹੀ। ਬਿਸ਼ਨਾ ਹੁੰਗਾਰਾ ਵੀ ਭਰਦਾ ਰਿਹਾ ਪਰ ਸਾਰਾ ਜ਼ੋਰ ਉਹ ਫੂਲ ਵਾਲੇ ਸੇਠ ਦੀ ਸ਼ਕਲ ਚਿਤਵਣ ਤੇ ਲਾ ਰਿਹਾ ਸੀ। ਦਿਆਕੁਰ ਦੀ ਕੋਈ ਗੱਲ ਉਹਨੂੰ ਨਹੀਂ ਸੀ ਸੁਣ ਰਹੀ। ਉਹ ਸੇਠ ਦੀ ਉਹ ਸ਼ਕਲ ਮਨ ਦੀਆਂ ਅੱਖਾਂ ਸਾਹਮਣੇ ਲਿਆਉਣਾ ਚਾਹੁੰਦਾ ਸੀ। ਉਹੋ ਜਿਹਾ ਉਹਦਾ ਲਿਲਕੜੀਆਂ ਕੱਢਦਾ ਚਿਹਰਾ ਚਿਤਵਣਾ ਚਾਹੁੰਦਾ ਸੀ ਜਿਹੋ ਜਿਹਾ ਉਹਨੇ 20-22 ਵਰੇ ਪਹਿਲਾਂ ਆਪਣੇ ਘਰੇ ਜਿੱਥੇ ਹੁਣ ਭਗਤਾ ਰਹਿੰਦਾ ਸੀ ਵੇਖਿਆ ਸੀ, ਪਰ ਉਹ ਉਹਦੀ ਪਕੜ 'ਚ ਨਹੀਂ ਸੀ ਆ ਰਿਹਾ। 20-22 ਵਰੇ ਇਸ ਗੱਲ ਨੂੰ ਹੋ ਚੁੱਕੇ ਸੀ। ਉਦੋਂ ਮੰਡੀ ਦੁਆਲੇ ਨਾ ਕੋਟ ਹੁੰਦਾ ਸੀ ਨਾ ਫਾਟਕ। ਬਿਸ਼ਨੇ ਕੇ ਘਰ ਦੇ ਪਹਾੜ ਵਾਲੇ ਪਾਸੇ ਉਜਾੜ ਹੁੰਦੀ ਸੀ ਤੇ ਟਾਹਲੀਆਂ ਦੇ ਜ਼ਖੀਰੇ ਵਾਲੀ ਥਾਂ ਲੋਕ ਚਰੀਆਂ ਬੀਜਦੇ ਹੁੰਦੇ ਸੀ।
ਇਹ ਮੰਡੀ ਬੱਝਿਆਂ ਭਾਵੇਂ 40 ਵਰੇ ਹੋ ਚੱਲੇ ਐ, ਪਰ ਅਜੇ ਤਾਈਂ ਇਹਦੇ ਚੰਗੀ ਤਰ੍ਹਾਂ ਵਸਣ ਦੀ ਲੋਕਾਂ ਨੂੰ ਆਸ ਨਹੀਂ ਸੀ। ਜਿਨ੍ਹਾਂ ਨੇ ਘਰਾਂ ਲਈ ਸਫੈਦ ਥਾਵਾਂ ਖਰੀਦੀਆਂ ਸੀ ਉਹ ਵੇਚਣ ਨੂੰ ਫਿਰਦੇ ਸੀ, ਤੇ ਉਦੋਂ ਤਾਂ ਇਹੋ ਫੂਲ ਵਾਲਾ ਸੇਠ ਤੋਤੀਮਲ ਬਿਸ਼ਨੇ ਦੇ ਪਿਓ ਹਰਨਾਮੇ ਦੀਆਂ ਸਾਲ ਭਰ ਮਿੰਨਤਾਂ ਕਰਦਾ ਫਿਰਿਆ ਸੀ। ਕਈ ਵਾਰੀ ਉਹਨੇ ਚਲਾਕੀ ਨਾਲ ਹਰਨਾਮੇ ਨੂੰ ਇਹ ਜਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਵੀ ਉਹਦੇ ਘਰ ਦੇ ਨਾਲ ਲੱਗਵੀਂ ਥਾਂ ਹੋਣ ਕਰਕੇ ਜੇ ਉਹਨੇ ਕਿਸੇ ਹੋਰ ਕਾਰੀਗਰ ਨੂੰ ਦੇ ਦਿੱਤੀ ਤਾਂ ਉਹਨਾਂ ਦੇ ਬਰਾਬਰ ਖੁੱਲ੍ਹੇ ਕਾਰਖਾਨੇ ਦਾ ਹਰਨਾਮੇ ਕੀ ਦੁਕਾਨਦਾਰੀ ਤੇ ਭੈੜਾ ਅਸਰ ਪਏਗਾ। ਹਰਨਾਮੇ ਤੇ ਬਿਸ਼ਨੇ ਨੂੰ ਵੀ ਉਹਦੀਆਂ ਇਹਨਾਂ ਚਲਾਕੀਆਂ ਦਾ ਪਤਾ ਸੀ। ਪਹਿਲਾਂ ਇਹ ਥਾਂ ਉਹ ਮੁੱਲ ਵੇਚਣ ਨੂੰ ਫਿਰਦਾ ਸੀ ਤੇ ਅਖੀਰ ਪੈਰੀ ਪੱਗ ਧਰ ਕੇ 2 ਰੁਪਏ ਸਾਲ ਦਾ ਬਿਨਾਂ ਲਿਖਤ ਕਿਰਾਇਆ ਕਾਰ ਕੇ ਇੱਕ ਤਰ੍ਹਾਂ ਇਹੋ ਥਾਂ ਉਹਨਾਂ ਦੇ ਗਲ ਮੜ ਗਿਆ ਸੀ। ਇੱਕ ਵਾਰ ਉਹਨਾਂ ਨੂੰ ਸੰਭਲਾ ਕੇ ਹੁਣ ਤਾਈਂ ਉਹਨੇ ਕਦੇ ਹਾਤੇ ਦੀ ਸਾਰ ਨਹੀਂ ਸੀ ਲਈ। ਬਿਸ਼ਨੇ ਹੋਰਾਂ ਦਾ ਜਦੋਂ ਕੰਮ ਚੰਗਾ ਚੱਲਿਆ ਤਾਂ ਉਹਨਾਂ ਦੇ ਕੰਮ ਕਰਨ ਲੱਗ ਪਏ ਸੀ, ਤੇ ਜਦੋਂ ਕੰਮ ਹੋਰ ਵਧਿਆ ਤਾਂ ਤੋਤੀ ਨੂੰ ਲਾਲਚ ਹੋ ਗਿਆ ਤੇ ਉਹਨੇ ਕਿਰਾਇਆ ਵਧਾਉਣ ਦੀ ਗੱਲ ਕੀਤੀ। ਬਿਸ਼ਨਾ ਉਹਨੂੰ ਚਾਰੇ ਲੱਤਾਂ ਚੁੱਕ ਕੇ ਪੈ ਗਿਆ। ਸ਼ਾਹਾ ਉਹ ਦਿਨ ਭੁੱਲ ਗਿਆ ਜਦੋਂ ਕਹਿੰਦਾ ਸੀ ਹਾੜੇ ਬਿਨਾਂ ਕਿਰਾਏ ਤੋਂ ਹੀ ਬਹਿ ਜਾਓ, ਤੇ ਹੁਣੇ ਮੰਡੀ ਕਲਕੱਤਾ ਸ਼ਹਿਰ ਬਣ ਗਿਆ। ਬਿਸ਼ਨੇ ਨੇ ਜਦੋਂ ਹਿਰਕ ਕੇ ਆਖਿਆ ਤਾਂ ਤੋਤੀ ਕੰਨ ਵਲੇਟ ਕੇ ਤੁਰ ਪਿਆ ਸੀ। ਉਸ ਦਿਨ ਪਿੱਛੋਂ ਅੱਜ ਤਾਈਂ 12-13 ਵਰੇ ਤੋਤੀ ਨੇ ਆ ਕੇ ਬਾਤ ਨਹੀਂ ਸੀ ਪੁੱਛੀ, ਤੇ ਜਦੋਂ ਬਿਸ਼ਨੇ ਕਿਹਾ ਨੇ ਆਪਣੀ ਮੁੱਲ ਦੀ ਥਾਂ ਲੈ ਕੇ ਬਾਹਰ ਕੰਮ ਸ਼ੁਰੂ ਕੀਤਾ ਤੇ 4 ਵਰੇ ਹਾਤਾ ਸੁਣਨਾ ਪਿਆ ਰਿਹਾ, ਉਦੋਂ ਵੀ ਉਹਨੇ ਕੋਈ ਗੱਲ ਨਾ ਕੀਤੀ। ਬਸ ਸਾਲ ਛਮਾਈ ਆਉਂਦਾ ਕਿਰਾਇਆ ਲੈ ਜਾਂਦਾ। ਬਿਸ਼ਨਾ ਉਹਨੂੰ ਹੁਣ 2 ਦੀ ਥਾਂ ਹੌਲੀ-ਹੌਲੀ ਆਪ ਹੀ ਕਿਰਾਇਆ ਵਧਾਉਂਦਾ 8 ਰੁਪਏ ਸਾਲ ਦੇਣ ਲੱਗ ਪਿਆ ਸੀ। ਹੁਣ ਸਾਲਾ ਉਹ ਆਟੇ ਦਾ ਛੀਂ ਬਣ ਗਿਆ। ਬਿਸ਼ਨੇ ਨੇ ਕੁਝ ਚਿਰ ਪਿੱਛੋਂ ਬੈਠਿਆਂ ਥੰਮੀ ਦੇ ਦੁਸਾਂਗੜ ਵੱਲ ਝਾਕਦਿਆਂ ਜਦੋਂ ਚਾਨ ਚੱਕ ਹੀ ਆਖਿਆ ਤਾਂ ਦਿਆਕੁਰ ਨੂੰ ਉਹਦੀਆਂ ਅੱਖਾਂ 'ਚ ਲਹੂ ਉਤਰਦਾ ਲੱਗਿਆ। ਕੋਈ ਨਹੀਂ, ਆਉਣ ਦੇ ਪੁੱਤ ਮੇਰੇ ਨੂੰ। ਬਿਸ਼ਨੇ ਨੇ ਕੁੜੱਤਣ ਨਾਲ ਮੂੰਹ ਵੱਟਿਆ ਤੇ ਦਿਆਕੁਰ ਵੱਲੋਂ ਬੇਧਿਆਨ ਹੋ ਕੇ ਪੋਰੇ ਨੂੰ ਇੱਧਰ ਉੱਧਰ ਉਲੱਦਣ ਲੱਗ ਪਿਆ। ਉਸ ਪਿੱਛੋਂ ਆਥਣ ਤਾਈਂ ਉਹਦਾ ਰੌਂ ਠੀਕ ਨਾ ਹੋਇਆ। ਸੋਤੇ ਹੋਏ ਜਦੋਂ ਰੋਟੀ ਟੁੱਕ ਖਾ ਕੇ ਚੁੱਲ੍ਹੇ ਮੂਹਰੇ ਬੈਠਾ ਅੱਗ ਸੇਕੀ ਜਾਂਦਾ ਸੀ ਤਾਂ ਦਿਆਕੁਰ ਅਜੇ ਰੋਟੀ ਖਾਈ ਜਾਂਦੀ ਸੀ। ਉਦੋਂ ਬੁੱਧਾ ਚੁੱਪ ਕੀਤਾ ਅੰਦਰ ਆਇਆ ਤੇ ਛੱਪਰ ਦੇ ਪਰਲੇ ਖੁੰਝੇ ਬਹਿ ਗਿਆ। ਰੋਟੀ ਦੀ ਗੱਲ ਦੇ ਬੁੱਧਿਆ, ਦਿਆਕੁਰ ਨੇ ਉਹਨੂੰ ਬੈਠਦਾ ਵੇਖ ਕੇ ਪੁੱਛਿਆ। ਬਸ ਉਧਰੋਂ ਖਾ ਕੇ ਆਇਆ, ਬਿਮਾਰਾਂ ਵਰਗੀ ਆਵਾਜ਼ ਨਾਲ ਬੁੱਧੇ ਨੇ ਜਵਾਬ ਦਿੱਤਾ। ਹੋਰ ਸੁਣਾ, ਲੱਕੜਾਂ ਚੱਕ ਲਿਆਂਦੀਆਂ? ਉਧਰੋਂ ਚੱਕ ਲਿਆਂਦੀਆਂ। ਪੈਰਾਂ ਭਾਰ ਕਸੂਤਾ ਜਿਹਾ ਬੈਠਾ ਉਹ ਬੋਲਦਾ ਇਉਂ ਚੁੱਪ ਹੋ ਗਿਆ ਜਿਵੇਂ ਮੂੰਹ ਦੀ ਗੱਲ ਉਹਨੇ ਰੋਕ ਲਈ ਹੋਵੇ। ਬਿਸ਼ਨੇ ਨੇ ਚੁੱਲ੍ਹੇ ਦੀ ਨਿੰਮੀ ਮੱਚਦੀ ਅੱਗ ਦੇ ਚਾਨਣੇ ਉਹਦੇ ਮੂੰਹ ਵੱਲ ਵੇਖਿਆ, ਪਰ ਨੀਵੀਂ ਪਾਈ ਹੋਣ ਕਰਕੇ ਉਹਨੂੰ ਚੰਗੀ ਤਰ੍ਹਾਂ ਬੁੱਧੇ ਦਾ ਮੂੰਹ ਦਿਸਿਆ ਨਾ। ਕਿਉਂ, ਕੀ ਗੱਲ ਆ? ਉਹਨੇ ਸ਼ੱਕ ਵਜੋਂ ਪੁੱਛਿਆ। ਗੱਲ ਤਾਂ ਕੁਛ ਨਹੀਂ, ਬੁੱਧੇ ਨੇ ਪਹਿਲਾਂ ਵਾਂਗ ਹੀ ਰੁਕਦਿਆਂ ਕਿਹਾ, ਪਰ ਬਹੁਤਾ ਚਿਰ ਉਹ ਤੋਂ ਹਾਜ਼ਮਾ ਨਾ ਰੱਖਿਆ ਗਿਆ। ਬੋਲਿਆ, ਆਪਣੇ ਬਾਹਰਲੇ ਘਰ ਦੀਆਂ ਕੰਧਾਂ ਢਾਹਤੀਆਂ? ਕੰਧਾਂ ਢਾਹਤੀਆਂ? ਦਿਆਕੁਰ ਨੇ ਹੈਰਾਨੀ ਨਾਲ ਬੁੱਧੇ ਵੱਲ ਝਾਕਦਿਆਂ ਪੁੱਛਿਆ। ਕੀ ਨੇ? ਮਜ਼ਦੂਰ ਲੱਗੇ ਵੇ ਸੀ। ਦਿਆਕੁਰ ਕਾਹਲੀ ਪੈ ਕੇ ਉਹ ਤੋਂ ਹੋਰ ਵਿਸਥਾਰ ਪੁੱਛਣ ਲੱਗ ਪਈ, ਪਰ ਬਿਸ਼ਨੇ ਨੇ ਇੱਕ ਵਾਰੀ ਬੁੱਧੇ ਵੱਲ ਤੱਕਿਆ, ਫਿਰ ਸਿੱਧਾ ਚੁੱਲ੍ਹੇ 'ਚ ਮੱਚਦੀ ਨਿੰਮੀ ਅੱਗ ਤੇ ਮੂਹਰੇ ਪਏ ਅੱਧ ਪੱਖੇ ਕੋਲਿਆਂ ਵੱਲ ਨਿਗਾਹ ਗੱਡ ਕੇ ਝਾਕਣ ਲੱਗ ਪਿਆ। ਇੱਕ ਮੋਟਾ ਸਾਰਾ ਕਿੱਕਰ ਦੀ ਬਿਲਕ ਦਾ ਸੱਕ ਚੱਕ ਕੇ ਉਹਨੇ ਚੁੱਲ੍ਹੇ 'ਚ ਸੁੱਟਿਆ ਤੇ ਜਦੋਂ ਉਹ ਮੱਚ ਕੇ ਤਿੜਕਣ ਲੱਗਿਆ ਤਾਂ ਬਿਸ਼ਨੇ ਦੇ ਚਿਹਰੇ ਤੇ ਹਰਖ ਦਾ ਪ੍ਰਭਾਵ ਉਗੜਨ ਲੱਗ ਪਿਆ। ਦਿਆਕੁਰ ਤੇ ਬੁੱਧਾ ਹੌਲੀ-ਹੌਲੀ ਗੱਲਾਂ ਕਰ ਰਹੇ ਸੀ, ਪਰ ਬਿਸ਼ਨੇ ਦਾ ਸਾਰਾ ਧਿਆਨ ਅੱਗ 'ਚੋਂ ਤਿੜਕਦੇ ਚੰਗਿਆੜਿਆਂ ਵੱਲ ਹੀ ਸੀ। ਕਈ ਚੰਗਿਆੜੇ ਬੁੜਕ ਕੇ ਛੱਪਰ ਦੇ ਸਰਕੜੇ 'ਚ ਜਾ ਵੱਜਦੇ ਸੀ, ਪਰ ਉੱਤੋਂ ਬੁੱਝ ਕੇ ਹੇਠ ਆ ਡਿੱਗਦੇ ਸੀ। ਚੰਗਾ, ਮੈਂ ਪਿੰਡ ਨੂੰ ਚੱਲਦਾ, ਬੁੱਧਾ ਕੁਝ ਚਿਰ ਪਿੱਛੋਂ ਉੱਠਦਿਆਂ ਬੋਲਿਆ। ਇੰਨੇ ਕੁ ਵੇਲੇ? ਅੱਜ ਦਾ ਦਿਨ ਹੋਰ ਇੱਥੇ ਪੈ ਜਾ। ਦਿਆਕੁਰ ਨੇ ਉਹਨੂੰ ਜ਼ੋਰ ਦੇ ਕੇ ਆਖਿਆ। ਨਹੀਂ ਦਿਆਕੁਰੇ, ਕਈ ਦਿਨ ਹੋ ਗਏ, ਐਵੇਂ ਘਰ ਦੇ ਫਿਕਰ ਕਰਨਗੇ, ਨਾਲੇ ਚਾਨਣੀ ਰਾਤ ਹੈ, ਹੁਣ ਜਾਂਦਾ ਰਹੂੰ। ਦਿਆਕੁਰ ਨੇ ਉਹਨੂੰ ਇੱਕ ਵਾਰੀ ਹੋਰ ਰੋਕਿਆ, ਪਰ ਉਹ ਨਾ ਰੁਕਿਆ ਤੇ ਤੁਰ ਗਿਆ। ਬਿਸ਼ਨੇ ਨੇ ਨਾ ਉਹਨੂੰ ਰੋਕਿਆ, ਨਾ ਉਹਦੇ ਜਾਂਦੇ ਵੱਲ ਵੇਖਿਆ। ਉਹਦਾ ਧਿਆਨ ਅਜੇ ਵੀ ਤਿੜਕਦੇ ਸੱਕ 'ਚੋਂ ਬੁੜਕਦੇ ਚੰਗਿਆੜਿਆਂ ਵੱਲ ਸੀ। ਕਮਜਾਤ, ਦਿਆਕੁਰ ਨੇ ਭਾਂਡਿਆਂ 'ਚ ਸੁਆਹ ਵਾਲੀ ਲੀਰ ਦੱਬ ਕੇ ਘਸਾਉਂਦਿਆਂ ਦੰਦ ਪੀ ਕੇ ਕਿਹਾ। ਅਜੇ ਕੋਈ ਕਸਰ ਰਹਿ ਗਈ ਸੀ? ਬਾਬਾ ਇਹਨਾਂ ਦੇ ਕੀੜੇ ਚਲਾਊ। ਇਹ ਸਭ ਗੋਕਲ ਵਰਗੀਆਂ ਢਿੱਡਲਾਂ ਦੀਆਂ ਕਰਤੂਤਾਂ ਐ। ਅੱਛਾ, ਸਭ ਭੁਗਤਣੀਆਂ ਪੈਣਗੀਆਂ ਇੱਕ-ਇੱਕ ਕਰਕੇ। ਦਿਆਕੁਰ ਬੋਲੀ ਗਈ, ਨਾਲੇ ਭਾਂਡੇ ਮਾਂਜਦੀ ਰਹੀ, ਸਾਂਭਦੀ ਰਹੀ, ਕੋਠੜੀ 'ਚ ਮੰਜੇ ਬਿਸਤਰੇ ਡਾਹੁੰਦੀ ਵਿਛਾਉਂਦੀ ਰਹੀ। ਪਰ ਬਿਸ਼ਨਾ ਚੁੱਲ੍ਹੇ ਮੂਹਰੇ ਬੈਠਾ ਮੁੜ ਬਿਲਕ ਦੇ ਸੱਕ ਡਾਹ ਅੱਗ ਮਚਾਈ ਗਿਆ। ਅੱਗ ਵੱਲ ਵੇਂਦਾ ਰਿਹਾ, ਸੇਕੀ ਗਿਆ, ਤੇ ਫਿਰ ਕੁਝ ਚਿਰ ਪਿੱਛੋਂ ਮੰਜੇ ਉੱਤੇ ਪੈਣ ਸਾਰ ਉਹਨੂੰ ਅੱਚ ਵੀ ਲੱਗ ਗਈ। ਦਿਆਕੁਰ ਅਜੇ ਵੀ ਆਪ ਮੁਹਾਰੀ ਬੋਲੀ ਜਾਂਦੀ ਸੀ, ਜਿਵੇਂ ਅੱਜ ਉਹਨੂੰ
ਖੇਡ ਆਈ ਹੋਵੇ। ਕੁਝ ਚਿਰ ਮਗਰੋਂ ਤਾਂ ਸਾਰੇ ਦਿਨ ਦੀ ਥੱਕੀ ਬੋਲਦੀ ਸੌਂ ਗਈ, ਪਰ ਬਿਸ਼ਨਾ ਅਜੇ ਵੀ ਉਸਲ ਵੱਟੇ ਲਈ ਜਾਂਦਾ ਸੀ। ਹੋਰ ਅੱਧਾ ਕੁ ਪੈਰ ਮਗਰੋਂ ਉੱਠ ਕੇ ਬਹਿ ਗਿਆ। ਸਰਾਣਿਓਂ ਖੇਸ ਚੁੱਕ ਕੇ ਬੁੱਕਲ ਮਾਰੀ, ਜੁੱਤੀ ਪਾ ਕੇ ਕੋਠੜੀ ਦਾ ਬੂਹਾ ਖੋਲ ਕੇ ਬਾਹਰ ਆ ਗਿਆ। ਇੱਕ ਵਾਰ ਚੁੱਲ੍ਹੇ ਦੇ ਪਿਛਲੇ ਪਾਸੇ ਬਣਾਈ ਭੰਡਿਆਰੀ ਵੱਲ ਔਲਿਆ, ਫਿਰ ਕਾਲਾ ਵੱਡਾ ਬੂਹਾ ਖੋਲ ਕੇ ਬਾਹਰ ਨੂੰ ਤੁਰ ਗਿਆ। ਰਾਤ ਚਾਨਣੀ ਸੀ। ਮਾਘ ਦਾ ਮਹੀਨਾ ਹੋਣ ਕਰਕੇ ਗਲੀਆਂ 'ਚ ਸੁੰਨ ਸਰਾਂ ਸੀ। ਕੁੱਤੇ ਵੀ ਘਰਾਂ ਦੇ ਬੂਹਿਆਂ ਦੀਆਂ ਸਰਦਲਾਂ ਨਾਲ ਤੇ ਚੌਂਕੜੀਆਂ ਦੇ ਖੂੰਜਿਆਂ 'ਚ ਵੜ ਕੇ ਸੁੱਤੇ ਸੀ। ਗਲੀਆਂ ਦਾ ਰੇਤਾ ਠੰਡ ਨਾਲ ਭਿੱਜਿਆ ਲੱਗਦਾ ਸੀ। ਹਵਾ ਚੱਲਣ ਕਰਕੇ ਬਿਸ਼ਨੇ ਦੇ ਖੇਸ ਦਾ ਬੁੱਕਲ ਵਾਲਾ ਪੱਲਾ ਮੁੜ ਮੋਢਿਓਂ ਲੈ ਜਾਂਦਾ ਸੀ, ਪਰ ਉਹ ਕਿੰਨਾ ਚਿਰ ਇਹਦਾ ਧਿਆਨ ਕੀਤੇ ਬਿਨਾਂ ਉਵੇਂ ਲਮਕਦਾ ਪੱਲਾ ਲਈ ਤੁਰਿਆ ਜਾਂਦਾ। ਗਲੀਆਂ ਵਿੱਚੋਂ ਅੱਜ ਉਹਨੂੰ ਅਜਿਹਾ ਘਿਨਾਉਣਾ ਜਿਹਾ ਮੁਸ਼ਕ ਆ ਰਿਹਾ ਸੀ ਕਿ ਇੱਕ ਦੋ ਥਾਈਂ ਤਾਂ ਉਹਨੇ ਖੇਸ ਦਾ ਪੱਲਾ ਮੂੰਹ ਅੱਗੇ ਦੇ ਕੇ ਵਗ ਕੇ ਲੰਘ ਜਾਣਾ ਚਾਹਿਆ, ਪਰ ਉਹ ਬੇਧਿਆਨਾ ਜਿਹਾ ਤੁਰਿਆ ਗਿਆ। ਪਰ ਗਲੀਆਂ ਜਿਵੇਂ ਮੁੱਕਣ 'ਚ ਹੀ ਨਹੀਂ ਸੀ ਆਉਂਦੀਆਂ। ਇੱਕ ਥਾਂ ਚਾਨਚੱਕ ਉਹਨੂੰ ਚਿੱਕੜ ਦਿਸਿਆ। ਜਦੋਂ ਨਿਗਾਹ ਉੱਚੀ ਕਰਕੇ ਤਾਂ ਵੇਖਿਆ ਤਾਂ ਸਾਹਮਣੇ ਉੱਪਰੇ ਘਰ ਦਿਸੇ। ਸੱਜੇ ਪਾਸੇ ਇੱਕ ਖੰਘਰਾਂ ਦੀ 4 ਹੱਥ ਉੱਚੀ ਕੰਧ ਸੀ ਜੋ ਦੂਰ ਤੱਕ ਜਾਂਦੀ ਸੀ। ਖੱਬੇ ਪਾਸੇ ਅੱਧ ਬਣੇ ਘਰ ਤੇ ਗਾਂ ਟਾਵੀਆਂ ਭਰੀਆਂ ਨੀਹਾਂ ਤੇ ਖੁੱਲ੍ਹਾ ਚੁਗਾਨ ਸੀ। ਉੱਥੇ ਖੜੋ ਕੇ ਬਿੰਦ ਉਹਨੇ ਆਸੇ ਪਾਸੇ ਵੇਖਿਆ, ਫਿਰ ਚਿੱਕੜ ਵਾਲੇ ਥਾਂ ਟੇਢ ਪਾ ਕੇ ਕੰਧ ਦੇ ਨਾਲ ਹੋ ਤੁਰਿਆ। ਉਹਦਾ ਦਿਲ ਬੇਤਾਲ ਜਿਹਾ ਧੜਕ ਰਿਹਾ ਸੀ। ਹੋਰ ਬਿੰਦਕ ਮਗਰੋਂ ਉਹ ਆਪਣੇ ਬਾਹਰਲੇ ਘਰ ਦੇ ਮਲਬੇ ਅੱਗੇ ਖੜੋਤਾ ਇਉਂ ਝਾਕ ਰਿਹਾ ਸੀ ਜਿਵੇਂ ਉਹਨੂੰ ਕਾਸੇ ਦੀ ਵੀ ਪਛਾਣ ਨਾ ਆ ਰਹੀ ਹੋਵੇ। ਗੱਡਾਂ ਲੰਘਣ ਲਈ ਬਣਾਏ ਚੌੜੇ ਬੂਹੇ ਦਾ ਇੱਕ ਤਖਤਾ ਟੇਢਾ ਹੋਇਆ ਪਿਆ ਸੀ। ਉਹਦੇ ਨਾਲ ਦੀ ਕੰਧ ਅੱਗੇ ਦੀ ਢੱਠੀ ਹੋਈ ਸੀ। ਖੂੰਜੇ 'ਚ ਇੱਕ ਬਹੁਤ ਵੱਡਾ ਬੋਰਡ ਸੀ, ਜਿਵੇਂ ਮੀਂਹ ਨਾਲ ਖਰ ਕੇ ਸਾਰੀ ਕੰਧ ਹੀ ਡਿੱਗ ਪਈ ਹੋਵੇ। ਬਿੰਦਕੂ ਉੱਥੇ ਖੜੋਤਾ ਉਹ ਤਖਤਿਆਂ ਤੇ ਕੰਧ ਵੱਲ ਵੇਂਦਾ ਰਿਹਾ, ਫਿਰ ਨੀਵੀਂ ਪਾਈ ਤੁਰਦਾ ਖੂੰਜੇ ਵਾਲੇ ਬੋਰਡ ਥਾਣੀ ਅੰਦਰ ਲੰਘ ਗਿਆ। ਕੋਠੜੀ ਤੇ ਕੰਮ ਕਰਨ ਲਈ 4 ਥੰਮਾਂ ਉੱਤੇ ਛੱਤੇ ਦਰਵਾਜ਼ੇ ਦੀਆਂ ਛੱਤਾਂ ਹੇਠ ਡਿੱਗੀਆਂ ਹੋਈਆਂ ਸੀ। 35 ਕਰਮਾਂ ਲੰਮੀ ਕੰਧ 'ਚੋਂ ਅੱਗੋਂ ਅੱਧੀ ਨਾਲੋਂ ਬਹੁਤੀ ਢੱਠੀ ਹੋਈ ਸੀ ਤੇ ਕੋਠੜੀ ਦੇ ਨਾਲ ਲੱਗਵਾਂ ਰੋਟੀ ਟੁੱਕ ਲਈ ਬਣਾਇਆ ਉਹ ਥਾਂ ਜਿੱਥੇ ਬਹਿ ਕੇ 4 ਵਰ੍ਹੇ ਦਿਆਕੁਰ ਨੇ ਰੋਟੀਆਂ ਪਕਾਈਆਂ, ਬਿਸ਼ਨੇ ਨੇ ਖਾਧੀਆਂ ਸੀ, ਪੈਰ ਹੇਠਾਈ ਤੀਲਾਂ ਵਾਲੀ ਖਾਲੀ ਡੱਬੀ ਵਾਂਗ ਫਿਸਿਆ ਹੋਇਆ ਸੀ। ਨਾ ਕਿਤੇ ਚੁੱਲ੍ਹਾ ਦਿਸਦਾ ਸੀ, ਨਾ ਉਰਲੇ ਪਾਸੇ ਕੱਢੀ ਕੰਧੋਲੀ। ਕੋਠਿਆਂ ਤੇ ਬੂਹੇ ਦੀ ਚੁਗਾਠ ਅਜੇ ਸਿੱਧੀ ਖੜੋਤੀ ਸੀ, ਪਰ ਉਹਦੇ ਤਖਤੇ ਕਿਸੇ ਨੇ ਲਾ ਲਏ ਸੀ। ਬਿਸ਼ਨਾ ਕਿੰਨਾ ਚਿਰ ਖੜੋਤਾ ਆਪਣੇ ਉੱਜੜੇ ਘਰ ਵੱਲ ਵੇਂਦਾ ਰਿਹਾ ਤੇ ਉਹਨੂੰ ਇੰਜ ਜਾਪਿਆ ਜਿਵੇਂ ਉਹਦੀਆਂ ਟੰਗਾਂ ਬਾਹਾਂ ਦੇ ਜੋੜ ਹਿੱਲ ਗਏ ਹੋਣ। ਬਿੰਦ ਦਾ ਬਿੰਦ ਆਪਣੇ ਸਰੀਰ 'ਚੋਂ ਸਾਹ ਸੱਤ ਮੁੱਕਦਾ ਲੱਗਿਆ। ਕੋਠੜੀ ਦੇ ਬੂਹੇ ਕੋਲ ਖਿਲਰੀਆਂ ਇੱਟਾਂ ਦੇ ਢੇਰ ਤੇ ਬਹਿ ਗਿਆ। ਚੁੱਪਚਾਪ ਬੈਠਿਆਂ ਸੁੰਨਾ ਚਾਰੇ ਪਾਸੇ ਝਾਕਦਾ ਰਿਹਾ, ਫਿਰ ਤਾਂ ਅਸਮਾਨ ਵੱਲ ਵੇਖਣ ਲੱਗ ਪਿਆ। 9ਵੀਂ ਦਾ ਚੰਦ ਨਾਲ ਦੇ ਰੂੰ ਵੇਲਣੀਆਂ ਦੇ ਕਾਰਖਾਨੇ ਦੀ 20-25 ਫੁੱਟ ਉੱਚੀ ਪਤਲੀ ਚਿਮਨੀ ਤੇ ਭਾਰੀ ਬੇਰੀ ਦੇ ਸੰਨ ਵਿਚਕਾਰ ਹੋ ਕੇ ਢਲ ਰਿਹਾ ਸੀ। ਚਿਮਨੀ ਦੇ ਦੂਜੇ ਪਾਸੇ ਨਾਲ ਲੱਗਵਾਂ ਇੱਕ ਬੇਰੀ ਜਿੱਡਾ ਹੀ ਭਾਰਾ ਪਿੱਪਲ ਸੀ। ਪਿੱਪਲ ਤੇ ਬੇਰੀ ਵਿਚਾਲੇ ਚਿਮਨੀ ਕਾਲਕਾ ਮਾਈ ਦੀ ਜੀਭ ਵਾਂਗ ਬਾਹਰ ਨਿਕਲੀ ਲੱਗਦੀ ਸੀ। ਚੰਦ ਉਹਦੇ ਉਤਲੇ ਸਿਰੇ ਤੋਂ ਰਤਾ ਕੁ ਹੇਠਾਂ ਇਉਂ ਨਾਲ ਲੱਗਿਆ ਹੋਇਆ ਸੀ ਜਿਵੇਂ ਬਾਹਰ ਨਿਕਲੀ ਜੀਭ ਤੇ ਪਤਾਸਾ ਧਰਿਆ ਹੋਵੇ ਤੇ ਉਹ ਪਤਾਸਾ ਹੌਲੀ ਹਨੇਰੇ ਸੰਘ ਵੱਲ ਨਿੱਘਰਦਾ ਜਾਂਦਾ ਹੋਵੇ। ਬਿਸ਼ਨਾ ਬਿਨਾਂ ਅੱਖਾਂ ਝਮਕਿਆਂ ਹੇਠ ਨਿੱਘਰਦੇ ਪਤਾਸੇ ਵੱਲ ਵੇਖੀ ਗਿਆ। ਫਿਰ ਉਹਨੂੰ ਇੱਕਦਮ 4 ਚੁਫੇਰੇ ਹਨੇਰਾ ਹੋ ਗਿਆ ਜਾਪਿਆ, ਜਿਵੇਂ ਪਤਾਸਾ ਜੀਭ, ਭਾਰੇ ਕਾਲੇ ਜਬਾੜੇ ਤੇ ਸੰਘ ਸਭ ਕਾਲਾ ਆਕਾਰ ਹੀ ਬਣ ਗਏ ਹੋਣ। ਉਹਨੇ ਇੰਜ ਕਿਹਾ ਜਿਵੇਂ ਭਿਆਨਕ ਸੁਪਨਾ ਵੇਖ ਕੇ ਬੜਵਾਇਆ ਉੱਠਿਆ ਹੋਵੇ। ਉਹਦਾ ਪਿੰਡਾ ਮੁੜਕੇ ਨਾਲ ਭਿੱਜਿਆ ਹੋਇਆ ਸੀ। ਛੇਤੀ ਦੇਣੇ ਖੜਾ ਹੋ ਕੇ ਇੱਕ ਵਾਰੀ ਉਹਨੇ ਫੇਰ ਆਪਣੇ ਆਸੇ ਪਾਸੇ ਨਿਗਾਹ ਮਾਰੀ ਤੇ ਦਰਵਾਜ਼ੇ ਦੀ ਢੱਠੀ ਛੱਤ ਕੋਲ ਜਾ ਖੜੋਤਾ। ਸ਼ਤੀਰਾਂ ਦੇ ਸਿਰਿਆਂ ਨਾਲੋਂ ਖਿਲਰੀਆਂ ਕੜੀਆਂ ਵਿਚਾਲੇ ਮਰੋੜੀਆਂ ਸਿਰਕੀਆਂ ਦੀਆਂ ਤੀਲਾਂ ਦਾ ਇੱਕ ਥਾਂ ਢੇਰ ਲੱਗਿਆ ਹੋਇਆ ਸੀ। ਉਹਦੇ ਨੇੜੇ ਖੜੋ ਕੇ ਬਿਸ਼ਨੇ ਨੇ ਕੁੜਤੇ ਦੀ ਅੰਦਰਲੀ ਜੇਬ 'ਚ ਹੱਥ ਪਾਇਆ ਤੇ ਨਾਲ ਦੀ ਨਾਲ ਇੱਕ ਵਾਰੀ ਫੇਰ ਸਭ ਕੁਝ ਕਾਲਾ ਆਕਾਰ ਬਣਦਾ ਦਿਸਿਆ ਤੇ ਉਹ ਕਾਲੇ ਪੈਰੀ ਦਰਵਾਜ਼ੇ ਦੇ ਖੂੰਜੇ ਵਾਲੇ ਬੋਰਡ 'ਚੋਂ ਦੀ ਬਾਹਰ ਨਿਕਲ ਆਇਆ। ਉਸ ਪਿੱਛੋਂ ਉਹਨੂੰ ਪਤਾ ਨਹੀਂ ਕਿਸ ਰਾਹ ਉਹ ਘਰ ਨੂੰ ਮੁੜਿਆ ਤੇ ਕਦੋਂ ਆ ਕੇ ਸੌਂ ਗਿਆ। ਅੰਗ 8ਵਾਂ। ਬਿਸ਼ਨਾ ਜਾਗਣ ਸਾਰ 4 ਵਰ੍ਹਿਆਂ ਦੀਆਂ ਵਾਧੂ ਕਰਕੇ ਸੁੱਟੀਆਂ ਲੱਕੜਾਂ ਵਿੱਚੋਂ ਕੰਮ ਦੀਆਂ ਤੇ ਬਾਲਣ ਵਾਲੀਆਂ ਅੱਡੋ ਅੱਡ ਕਰ ਰਿਹਾ ਸੀ ਤੇ ਜਦੋਂ ਭੂਰੀ ਦੀ ਬੁੱਕਲ ਮਾਰੀ ਹੇਤੀਆ ਹਫਿਆ ਹੋਇਆ ਉਹਦੇ ਕੋਲ ਆਇਆ ਤੇ ਨੇੜੇ ਆ ਕੇ ਬੋਲਿਆ, ਬਿਸ਼ਨਾ ਤੈਨੇ ਪਤਾ ਹੈ ਰਾਤ ਥਾਰੇ ਉਧਰਲੇ ਘਰ ਕਾ ਸਾਰਾ ਮਲਬਾ ਜਲ ਗਿਆ, ਆਗ ਲੱਗ ਗਈ। ਅੱਗ ਲੱਗ ਗਈ? ਬਿਸ਼ਨੇ ਨੇ ਹੈਰਾਨੀ ਨਾਲ ਹੇਤੀਏ ਵੱਲ ਝਾਕਦਿਆਂ ਪੁੱਛਿਆ, ਤੈਨੂੰ ਕਿਹਨੇ ਦੱਸਿਆ? ਕਿਸ ਨੇ ਦੱਸਿਆ?
हेतिया रता घूर के बोले, अरे सारी मंडी में कुक्कड़ की बांग वेले तो रौला पड़न लगा रे लाग रहा है, तू कहना किसने दसिया, तू भला आदमी से बिसना। मुस्कुराउंदियां ਉਹਨੇ ਹੇਤੀਏ ਦੇ ਮੂੰਹ ਵੱਲ ਤੱਕਿਆ ਤੇ ਉਹਦੀਆਂ ਅੱਖਾਂ 'ਚ ਸੋਗੀ ਜੇ ਗੁੱਸੇ ਦਾ ਪ੍ਰਭਾਵ ਦੇਖ ਕੇ ਬੋਲਿਆ, ਪਰ ਤੂੰ ਫਿਰ ਇੰਨਾ ਔਖਾ ਕਾਹਤੋਂ ਹੋਇਆ? ਔਖਾ? ਜਿਵੇਂ ਹੇਤੀਏ ਦੇ ਸਿਰ 'ਚ ਬਿਸ਼ਨੇ ਨੇ ਕੁਝ ਮਾਰਿਆ ਹੋਵੇ। ਉਹਦੇ ਵੱਲ ਪਟੀਆਂ ਨਜ਼ਰਾਂ ਨਾਲ ਤੱਕਦਿਆਂ ਇੱਕਦਮ ਤਰਬ ਗਿਆ, ਤੇਰੇ ਭਾ ਦਾ ਜਾਂ ਕੋਈ ਬਾਤ ਹੀ ਕੋ ਨਹੀਂ? ਬਾਤਾਂ ਤਾਂ ਕੋਈ ਹੋਈ ਕਿ ਨਾ ਹੋਈ, ਪਰ ਤੂੰ ਤਾਂ ਐਂ ਟੱਪੀ ਜਾਂਦਾ ਜਿਵੇਂ ਕੋਈ ਤੇਰੀ ਰਸਾਇਣ ਵਾਲੀ ਕੁੱਪੀ ਚੱਕ ਕੇ ਲੈ ਗਿਆ ਹੁੰਦਾ। ਜਦੋਂ ਬਿਸ਼ਨਾ ਹੱਸਿਆ ਤਾਂ ਹੇਤੀਏ ਦੇ ਜਿਵੇਂ ਦੰਦਲ ਪੈਣ ਵਾਲੀ ਹੋ ਗਈ। ਉਹ ਗੁੰਮਸੁੰਮ ਹੋਇਆ ਉਵੇਂ ਪੈਰਾਂ ਭਾਰ ਨੀਵੀਂ ਪਾਈ ਡੂੰਘੀ ਸੋਚ 'ਚ ਬੈਠਾ ਰਿਹਾ। ਉਹਨੂੰ ਬਿਸ਼ਨੇ ਦੀ ਮੂਰਖਤਾ ਵਰਗੀ ਇਸ ਬੇਪਰਵਾਹੀ ਦੀ ਕੋਈ ਸਮਝ ਨਹੀਂ ਸੀ ਆ ਰਹੀ। ਵਾਹ! ਬਿੰਦ ਕੁ ਮਗਰੋਂ ਸਿਰ ਦੇ ਗੰਜ ਉੱਤੇ ਖੱਬੇ ਹੱਥ ਦੀ ਹਥੇਲੀ ਰੱਖ ਕੇ ਸਿਰ ਮਾਰਦਿਆਂ ਉਹਨੇ ਕਿਹਾ, ਯਾ ਵੀ ਤਨੇ ਖੂਬ ਕਹੀ। ਬਿਸ਼ਨੇ ਨੂੰ ਉਹਦੀ ਇਸ ਹਾਲਤ ਉੱਤੇ ਤਰਸ ਆਇਆ ਤੇ ਉਹ ਗੰਭੀਰ ਹੋ ਕੇ ਬੋਲਿਆ, ਪਰ ਹੇਤ ਰਾਮਾ, ਜੇ ਅੱਗ ਲੱਗ ਗਈ ਤਾਂ ਮਾਲਕ ਦੀ ਰਜਾ, ਬੰਦੇ ਮਰ ਜਾਂਦੇ ਆ, ਉਦੋਂ ਆਪਾਂ ਕੀ ਕਰ ਲੈਂਦੇ ਆ? ਤੈਂ ਤੋਂ ਬਿਸਨਾ ਬਸ ਉਲਟੀ ਬਾਤ ਕਰਨੀ ਹੋਈ। ਊਂਟ ਕੀ ਤਰ੍ਹਾਂ ਤਨੇ ਸਿੱਧਾ ਤੋਂ ਮੂਤਣਾ ਕੋ ਨਹੀਂ। ਹੇਤੀਏ ਨੇ ਘਿਰਨਾਂ ਦੇ ਗੁੱਸੇ ਨਾਲ ਨੱਕ ਦੀ ਪਿਲਪਲੀ ਬੁੰਬਲ ਨੂੰ ਮਰੋੜਦਿਆਂ ਤੇ ਮੂੰਹ ਵੱਟਦਿਆਂ ਕਿਹਾ, ਭਲੇ ਮਾਨਸ, ਜੇ ਤੈਂ ਸਾਰਾ ਮਲਬਾ ਅਗਲੇ ਦਿਨ ਹੀ ਠਾ ਲਿਆਂਦਾ ਤੂੰ ਕਿਸੇ ਕੰਮ ਨਾ ਆਂਦਾ। ਬੰਦਾ ਮਾਰਿਆ ਦੁਨੀ में पीसा को नहीं बनता, और तू सैकड़े हजारां की कोई परवाह नहीं करता। तू कभी काम चालिया करे कबीलदारी के है। बिशने दे चित्त च एक बार दो रलवें भाव उठे। पहला ਉਹਦਾ जी किया कि हेतीए दे मूँह ते चपेड़ मारे, पर ਉਹਦੀ ਐਡੀ ਤਰਸਯੋਗ हालत वेख के गुस्से ਨੂੰ पी गया ते व्यंग नाल मुस्कुरांदे ਉਹਦੇ ਮੂੰਹ ਵੱਲ ਝਾਕਣ ਲੱਗ ਪਿਆ। तैं बिशना बेअकल आदमी सैं। हेतिया टोटनी दे हाथ फेरदे नीवीं पाई बोली गया, जो या बड़े बड़े शाह बने बैठे ऐसे या धन कट्ठे ते नाल ले आए थे। धन किरस से जुड़दा है, कतरे कतरे से सागर बन जाता है। जे काढ़ी जाओ तो खूह भी खाली होने लग जाता है। भले आदमी दुनिया में पीसे बिना कोई बात को नहीं पूछता। वह जो भी 20-30 था जो खरे आ जाता तो माड़ी बात थी कोई। ਹੁਣ ਤੂੰ ਚੁੱਪ ਹੋਣਾ ਕਿ ਨਹੀਂ? ਬਿਸ਼ਨੇ ਤੋਂ ਇੰਜ ਭਕਾਈ ਕਰਦਾ ਹੇਤੀਆ ਹੋਰ ਨਾ ਜਰਿਆ ਗਿਆ। ਹੇਤੀਏ ਨੇ ਹੁਣ ਤਾਈਂ ਬਿਸ਼ਨੇ ਦੇ ਚਿਹਰੇ ਵੱਲ ਨਹੀਂ ਸੀ ਵੇਖਿਆ। ਉਹਦਾ ਖਰਵਾ ਬੋਲ ਸੁਣ ਕੇ ਸਰਸਰੀ ਜੀ ਗੱਲ ਸਮਝੀ ਤੇ ਸਿਰ ਤੇ ਹੱਥ ਫੇਰਦਿਆਂ ਹੌਲੀ ਉੱਠ ਕੇ ਖੜਾ ਹੁੰਦਾ ਬੋਲਦਾ ਰਿਹਾ, ਇਸ ਦੀ ਕਦਰ ਉਦੋਂ ਆਉਂਦੀ ਜਦੋਂ ਆਦਮੀ ਕੋਲ ਕਿੰਮੀ ਹੋਵੇ ਨਹੀਂ, ਨਾ ਜਾਇਦਾਦ, ਨਾ ਕੱਪੜਾ ਲੱਤਾ, ਨਾ ਖਾਣ ਪੀਣ। ਤੇਰੇ ਜਿੱਸਿਆਂ ਨੂੰ ਤੇ ਕਦਰ ਹੋਣੀ। ਤੇਰੇ ਬੜੀ ਕਬੀਲਦਾਰ ਹੁੰਦੀ ਤੋਂ ਵੀ ਪਤਾ ਲੱਗ ਜਾਂਦਾ। ਤੇ ਇੰਜ ਬੁਰਲ ਕਰਦਾ ਭਰਿਆ ਪੀਤਾ ਉੱਠ ਤੁਰ ਗਿਆ। ਬਿਸ਼ਨਾ ਸਾਰੇ ਤਾਨ ਨਾਲ ਮਨ ਨੂੰ ਕਾਬੂ ਕਰੀ ਬੈਠਾ। ਉਹਨੂੰ ਬੂਹਿਓਂ ਬਾਹਰ ਨਿਕਲਣ ਤਾਈਂ ਵੇਂਦਾ ਰਿਹਾ ਤੇ ਕਿੰਨਾ ਚਿਰ ਮਗਰੋਂ ਜਦੋਂ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਆਇਆ ਤਾਂ ਉਹਨੇ ਸ਼ੁਕਰ ਮਨਾਇਆ ਕਿ ਗੁੱਸੇ 'ਚ ਹੇਤੀਏ ਨੂੰ ਕੋਈ ਸੱਟ ਫੇਟ ਨਹੀਂ ਸੀ ਮਾਰ ਬੈਠਾ। ਬੜਾ ਬਚਾਅ ਹੋਇਆ ਬਈ। ਆਪ ਮੁਹਾਰਾ ਹੀ ਬੋਲਦਿਆਂ ਮੁਸਕਰਾਇਆ ਤੇ ਸਿਰ ਮਾਰਦਿਆਂ ਕੰਮ ਲੱਗ ਗਿਆ। ਸੂਰਜ ਭਾਵੇਂ ਖਾਸਾ ਉੱਚਾ ਹੋ ਗਿਆ ਸੀ, ਪਰ ਅਜੇ ਤਾਈਂ ਵਿਹੜੇ 'ਚ ਕਿਤੇ ਧੁੱਪ ਨਹੀਂ ਸੀ ਆਈ। ਮਾੜੀ ਧੁੰਦ ਤੇ ਹਵਾ ਬੰਦ ਹੋਣ ਕਰਕੇ ਠੰਡ ਬਹੁਤੀ ਨਹੀਂ ਸੀ। ਉਹਨੇ ਤਰੇਲ ਨਾਲ ਭਿੱਜੀਆਂ ਪਾਟੀਆਂ ਪੁਰਾਣੀਆਂ ਫੱਟੀਆਂ ਗਾਜ ਨਾਭਾਂ ਤੇ ਹੋਰ ਨਕੰਮੀਆਂ ਲੱਕੜਾਂ ਖੂੰਜੇ ਸੁੱਟ ਦਿੱਤੀਆਂ ਸੀ। ਲੱਕੜਾਂ ਨਾਲੋਂ ਲੱਗੇ ਗਿੱਲੇ ਰੇਤੇ ਮਿੱਟੀ ਨਾਲ ਉਹਦੇ ਹੱਥ ਠਰਨ ਲੱਗ ਪਏ ਤਾਂ ਉੱਠ ਕੇ ਛੱਪਰ ਹੇਠ ਆ ਗਿਆ। ਚੁੱਲ੍ਹਾ ਠੰਡਾ ਪਿਆ ਸੀ। ਦਿਆਕੁਰ ਕੁਝ ਕੁ ਵੇਲੇ ਉੱਠਣ ਕਰਕੇ ਅਜੇ ਬਾਹਰੋਂ ਨਹੀਂ ਸੀ ਮੁੜੀ। ਬਿਸ਼ਨੇ ਨੇ ਇੱਕ ਸੰਦੂਕ ਦੀ ਪੁਰਾਣੀ ਫੱਟੀ ਚੁੱਲ੍ਹੇ 'ਚ ਰੱਖ ਕੇ ਮਿੱਟੀ ਦਾ ਤੇਲ ਪਾਇਆ ਤੇ ਅੱਗ ਮਚਾ ਲਈ। ਕੰਮ ਅਜੇ ਚਾਲੂ ਨਾ ਕੀਤਾ ਹੋਣ ਕਰਕੇ ਰੰਦੇ ਦੇ ਫੋਲਕ ਤੇ ਤੇਸੇ ਦੇ ਸੱਕ ਹੈ ਨਹੀਂ ਸੀ। ਅੱਗ ਸੇਕਦਿਆਂ ਬਿੰਦਕ ਚੁੱਪ ਬੈਠਾ ਰਿਹਾ। ਫਿਰ ਧਾਰਨਾ ਨਾਲ ਸ਼ਬਦ ਗੁਣਗੁਣਾਉਣ ਲੱਗ ਪਿਆ, ਜਿਸ ਮਰਨੇ ਤੇ ਜਗ ਡਰੇ ਬਈ ਮੇਰੇ ਮਨ ਆਨੰਦ, ਜਿਸ ਮਰਨੇ ਤੇ ਜਗ ਡਰੇ। ਬਾਈ ਸਤਿ ਸ੍ਰੀ ਅਕਾਲ। ਬੁੱਧੇ ਨੇ ਥੰਮੀ ਕੋਲੋਂ ਸਿਰ ਆ ਕੱਢਿਆ ਤੇ ਛੱਪਰੋਂ ਬਾਹਰ ਬਹਿੰਦਿਆਂ ਬੋਲਿਆ, ਦਿਆਕੁਰ ਕਿੱਥੇ ਗਈ ਆ? ਪਹਿਲਾਂ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਬਿਸ਼ਨੇ ਨੇ ਕਿਹਾ, ਬਾਹਰ। ਫਿਰ ਬੁੱਧੇ ਨੂੰ ਬਾਹਰ ਘਸੇ ਖੇਸ ਦੀ ਬੁੱਕਲ 'ਚ ਠਰਦਿਆਂ ਵੇਖ ਕੇ ਬੋਲਿਆ, ਇੱਥੇ ਕੰਧ ਨਾਲ ਬੱਠਲ ਪਿਆ, ਮੈਨੂੰ ਫੜਾ। ਬੁੱਧੇ ਨੇ ਬੱਠਲ ਚੁੱਕ ਕੇ ਲੰਮੀ ਬਾਹ ਨਾਲ ਛੱਪਰ ਦੇ ਬਾਹਰ ਖੜੋਤੇ ਫੜਾਤਾ। ਆਪ ਮੁੜ ਉੱਥੇ ਹੀ ਬਹਿ ਗਿਆ। ਬਿਸ਼ਨੇ ਨੇ ਚੁੱਲ੍ਹੇ 'ਚ ਮੱਚਦੀ ਫੱਟੀ ਤੇ ਮੋਟੇ ਸੱਕਾਂ ਦੀ ਅੱਗ ਬੱਠਲ 'ਚ ਪਾ ਕੇ 2-3 ਮੋਟੇ ਸੱਕ ਉੱਤੇ ਸੁੱਟ ਲਏ। ਉਹਨੂੰ ਬਾਹਰ ਨੂੰ ਚੁੱਕੀ ਆਉਂਦਿਆਂ ਬੋਲਿਆ, ਆ ਇੱਥੇ ਬੈਠ ਕੇ ਸੇਕੀਏ। ਵਿਹੜੇ ਦੇ ਵਿਚਾਲੇ ਬਾਰ ਨੂੰ ਸਾਹਮਣਾ ਬੱਠਲ ਰੱਖ ਕੇ
ਉਹ ਦੋਹੇ ਪਾਸੇ ਬਹਿ ਕੇ ਅੱਗ ਸੇਕਣ ਲੱਗ ਪਏ। ਪਰ ਕਿੰਨਾ ਚਿਰ ਦੋਹਾਂ 'ਚੋਂ ਕਿਸੇ ਨੇ ਕੋਈ ਗੱਲ ਨਾ ਛੇੜੀ। ਲੈ ਅਸੀਂ ਅਜੇ ਸੁੱਤੇ ਹੁਣੇ ਉੱਠੇ ਆ। ਬੁੱਧੂ ਪਿੰਡੋਂ ਵੀ ਆ ਗਿਆ। ਅੰਦਰ ਆਉਂਦਿਆਂ ਦਿਆਕੁਰ ਨੇ ਚੁੱਪ ਤੋੜੀ। ਮੱਥਾ ਟੇਕਦਿਆਂ ਦਿਆਕੁਰੇ, ਬੁੱਧੇ ਨੇ ਉਹਦੇ ਵੱਲ ਝਾਕਦਿਆਂ ਕਿਹਾ, ਘਰੋਂ ਜਦੋਂ ਸ਼ਿਸ਼ਕੇਰ ਦਿੰਦੇ ਆ ਆਪਾਂ ਇੱਧਰ ਆ ਜਾਂਦੇ ਆ, ਤੇ ਜਦੋਂ ਇੱਧਰੋਂ ਥੱਕ ਜਾਈਦਾ ਤਾਂ ਆਲਣੇ ਨੂੰ ਭੱਜ ਤੁਰੀਦੇ ਆ। ਐਂ ਫਿਰਦਿਆਂ ਦੀ ਰਾਹ 'ਚ ਕਿਤੇ ਫੂਕ ਨਿਕਲ ਜੂ ਤੇ ਬੋਲੋ ਰਾਮ ਸੱਤ ਕਰਕੇ ਅਗਲੇ ਵਿਦਾ ਕਰ ਦੇਣਗੇ। ਬੁੱਧਾ ਬਿਸ਼ਨੇ ਦੇ ਮੂੰਹ ਵੱਲ ਝਾਕ ਕੇ ਹੱਸਿਆ, ਪਰ ਬਿਸ਼ਨੇ ਦੇ ਚਿਹਰੇ ਉੱਤੇ ਕੋਈ ਉਤਰਾ ਚੜ੍ਹਾਅ ਨਹੀਂ ਸੀ, ਜਿਵੇਂ ਉਹ ਕਿਸੇ ਡੂੰਘੀ ਸੋਚ 'ਚ ਡੁੱਬਿਆ ਹੋਵੇ। ਨਾ ਵੇ, ਤੜਕੇ ਤੜਕੇ ਇਹੋ ਜਿਹੀਆਂ ਆਵਾਜ਼ਾਂ ਨਾ ਕੱਢ। ਦਿਆਕੁਰ ਪੈਰੀ ਪੈਣੇ ਦੇ ਜਵਾਬ ਦੀ ਥਾਂ ਛੇਤੀ ਦੇਣੇ ਬੋਲੀ। ਆਪਦੇ ਨਿਆਣਿਆਂ ਦੇ ਭਾਗੀ ਜਿਉਂਦਾ ਰਹੇ। ਬੰਦੇ ਤੋਂ ਬਿਨਾਂ ਤੀਵੀਂ ਦਾ ਕੀ ਬਣਦਾ? ਨਾਲੇ ਉਹ ਤਾਂ ਵਿਚਾਰੀ ਅੱਗੇ ਪੇਕਿਓਂ ਬੰਨੀਆਂ ਪੁਰੋ ਵੀ ਨਹੀਂ ਪਈ ਆ। ਬੋਲਦੀ ਬੋਲਦੀ ਦਿਆਕੁਰ ਛੱਪਰ ਵੱਲ ਚਲੀ ਗਈ। ਬੁੱਧਿਆ, ਬਿਸ਼ਨੇ ਨੇ ਚਾਨਚੱਕ ਜਿਵੇਂ ਬੋਲ ਮਾਰਿਆ ਹੋਵੇ, ਤੇਰੀ ਹੁਣ ਕਿਵੇਂ ਸਲਾਹ ਹੈ? ਕਾਹਦੀ ਸਲਾਹ ਬਾਈ? ਬੁੱਧੇ ਨੇ ਕੁਝ ਹੈਰਾਨੀ ਨਾਲ ਪੁੱਛਿਆ। ਕੰਮ ਕੁੰਮ ਦੀ? ਜਿਵੇਂ ਤੂੰ ਆਖੇ ਬਾਈ, ਮੇਰੀ ਕਾਹਦੀ ਸਲਾਹ ਹੈ? ਬੁੱਧੇ ਨੇ ਠੰਡਾ ਸਾਹ ਭਰਿਆ ਤੇ ਨੀਵੀਂ ਪਾ ਲਈ। ਪਰ ਤੈਨੂੰ ਕਿਵੇਂ ਸੂਤ ਲੱਗਦਾ? ਮੈਨੂੰ ਤਾਂ ਜਿਵੇਂ ਆਖੋਗੇ ਸੂਤ ਹੈ। ਟੁੱਕ ਦੀ ਬੁਰਕੀ ਖਾਣੀ ਆ, ਕਿੱਧਰੇ ਹੋਈ। ਬਿਸ਼ਨਾ ਬਿੰਦਕ ਚੁੱਪ ਕਰਕੇ ਬੱਠਲ 'ਚ ਉੱਠਦੇ ਧੂੰਏਂ ਵੱਲ ਵੇਂਦਾ ਰਿਹਾ ਤੇ ਫਿਰ ਨਿੱਗਰ ਵਾਸ ਵਲਿਆ। ਤੂੰ ਫਿਰ ਭਗਤੇ ਨਾਲ ਜਾ ਲੱਗ। ਬੁੱਧਾ ਧਰਤੀ ਵੱਲ ਵੇਂਦਾ ਰਿਹਾ ਤੇ ਰਤਾ ਕੋ ਸਿਰ ਹਿਲਾ ਕੇ ਹੂੰ ਕਹਿੰਦੇ ਉਵੇਂ ਬੈਠਾ ਰਿਹਾ। ਉਹਦਾ ਮਨ ਚੰਗੀ ਤਰ੍ਹਾਂ ਜਾਣਨ ਲਈ ਪਹਿਲਾਂ ਬਿਸ਼ਨੇ ਨੇ ਬੁੱਧੇ ਦੇ ਚਿਹਰੇ ਨੂੰ ਨਿਰਖਿਆ, ਫਿਰ ਹੌਸਲੇ ਵਾਲੇ ਬੋਲ ਨਾਲ ਆਖਿਆ, ਕੋਈ ਤੰਗੀ ਫੰਗੀ ਹੋਇਆ ਕਰੂ ਤਾਂ ਫਿਕਰ ਨਾ ਕਰੇ। ਨਸੰਗ ਜੋ ਲੋੜ ਹੋਈ ਇੱਧਰੋਂ ਲੈ ਗਿਆ, ਬਸ ਉਹਦਾ ਕੰਮ ਰਿੜਦਾ ਕਰਾ ਦੇ। ਉਵੇਂ ਸਿਰ ਹਿਲਾ ਕੇ ਚੰਗਾ ਕਹਿੰਦਿਆਂ ਬੁੱਧਾ ਚੁੱਪ ਕਰ ਗਿਆ। ਉਹਦੇ ਮਨ 'ਚ ਕਿੰਨੀਆਂ ਗੱਲਾਂ, ਕਿੰਨੇ ਉਤਰਾ ਚੜ੍ਹਾਅ ਇੱਕ ਵਾਰੀ ਆਏ, ਪਰ ਬਿਸ਼ਨੇ ਅੱਗੇ ਉਹਦੀ ਜੀਭ ਨਾ ਹਿੱਲੀ। ਚੰਗਾ ਫਿਰ ਜਾ। ਉਹਨੂੰ ਜਿਵੇਂ ਬਿਸ਼ਨੇ ਨੇ ਹੁਕਮ ਦਿੱਤਾ। ਜਾਨਾ ਕਹਿ ਕੇ ਬੁੱਧਾ ਉੱਠ ਖੜੋਤਾ। ਵੇ ਚਾਹ ਪੀ ਕੇ ਜਾਈ ਬੁੱਧਿਆ। ਛੱਪੜ ਦੀ ਕੰਧੋਲੀ ਉਹ ਲਿਓ। ਉਹਦੀ ਪੈੜ ਚਾਲ ਸੁਣ ਕੇ ਦਿਆਕੁਰ ਨੇ ਆਵਾਜ਼ ਮਾਰੀ, ਪਰ ਬੁੱਧਾ ਧੀਮੀ ਆਵਾਜ਼ ਨਾਲ ਨਾ ਕਹਿ ਕੇ ਬਾਹਰ ਨਿਕਲ ਗਿਆ। ਉਹਦਾ ਬੋਲ ਘੁੱਟਵਾਂ, ਭਾਰਾ ਤੇ ਭਿੱਜੜ ਜਿਹਾ ਹੋ ਗਿਆ ਸੀ। ਬਿਸ਼ਨਾ ਨੀਵੀਂ ਪਾ ਕੇ ਤੁਰੇ ਜਾਂਦੇ ਬੁੱਧੇ ਦੀ ਪਿੱਠ ਨੂੰ ਬੱਠਲ 'ਚੋਂ ਉੱਠਦੇ ਧੂੰਏਂ ਵਿਚਕਾਰੋਂ ਇੱਕ ਟੱਕ ਉਦੋਂ ਤਾਈਂ ਵੇਂਦਾ ਰਿਹਾ ਜਦ ਤਾਈਂ ਉਹ ਗਲੀ 'ਚ ਜਾ ਕੇ ਭਗਤੇ ਦੇ ਘਰ ਵੱਲ ਮੁੜਨ ਲੱਗਿਆ। ਟੇਢਾ ਹੋ ਕੇ ਪਿਛਾਂਹ ਹੀ ਉਹਨਾਂ ਝਾਕਿਆ, ਜਿਵੇਂ ਇਸ ਘਰੋਂ ਜਿੱਥੇ ਉਹ ਜੰਮਿਆ ਪਲਿਆ ਖੇਡਿਆ ਮੱਲਿਆ ਸੀ ਉੱਥੋਂ ਸਦਾ ਲਈ ਵਿਦਾ ਹੋ ਰਿਹਾ ਹੋਵੇ। ਬਿਸ਼ਨੇ ਨੂੰ ਇੰਜ ਝੋਲਾ ਵੀ ਪਿਆ, ਜਿਵੇਂ ਉਹ ਖੇਸ ਦੇ ਲੜ ਨਾਲ ਅੱਖਾਂ ਪੂੰਝਦਾ ਜਾਂਦਾ ਹੋਵੇ। ਫਿਰ ਜਦੋਂ ਬੂਹਿਆਂ ਓਲੇ ਹੋ ਗਿਆ ਤਾਂ ਬਿਸ਼ਨੇ ਦੀਆਂ ਅੱਖਾਂ ਗਿੱਲੇ ਸੱਕਾਂ ਦੇ ਧੂੰਏਂ ਨਾਲ ਕੌੜੀਆਂ ਹੋ ਗਈਆਂ। ਉਹ ਹਥੇਲੀਆਂ ਨਾਲ ਉਹਨਾਂ ਨੂੰ ਮਲਣ ਲੱਗ ਪਿਆ। ਅੰਗ 9। ਬੁੱਧੇ ਲਈ ਭਾਵੇਂ ਦੂਜੀ ਜੂਨ ਵਰਗੀ ਸੀ, ਪਰ ਤਦ ਵੀ ਉਹਨੂੰ ਤਸੱਲੀ ਸੀ ਕਿ ਜਿਸ ਘਰੋਂ ਉਹਨੇ ਆਪਣੀ ਜ਼ਿੰਦਗੀ ਆਰੰਭ ਕੀਤੀ ਸੀ, ਅਜੇ ਉਸੇ ਘਰ ਦੇ ਕਿਸੇ ਖੂੰਜੇ ਦੇ ਉਹ ਬਹਿ ਸਕਦਾ ਸੀ। ਹਾਤੇ 'ਚੋਂ ਨਿਕਲਦਿਆਂ ਜਿਹੜੀ ਪੀੜ ਉਹਨੂੰ ਹੋਈ ਸੀ, ਉਹਨੇ ਅੰਦਰੇ ਅੰਦਰ ਪੀ ਲਈ। ਜਦੋਂ ਭਗਤੇ ਦਾ ਬੂਹਾ ਵੜਿਆ ਤਾਂ ਉਹਦੇ ਚਿਹਰੇ ਉੱਤੇ ਚੰਗੇ ਰੌਂ ਦੇ ਚਿੰਨ੍ਹ ਉੱਗੜ ਆਏ ਸੀ। ਭਗਤਾ ਜੇ ਮੰਜਿਓ ਨਹੀਂ ਸੀ ਉੱਠਿਆ। ਕੁਝ ਉਹ ਆਪਣੇ ਸੁਭਾਅ ਕਰਕੇ ਤੇ ਕੁਝ ਮੇਲੀਆਂ ਗੇਲੀਆਂ ਦੀਆਂ ਦਿਲ ਢਾਊ ਗੱਲਾਂ ਕਰਕੇ ਚੰਗਾ ਭਲਾ ਵੀ ਬਿਮਾਰ ਹੋਇਆ ਪਿਆ ਸੀ। ਜਿਹੜਾ ਉਹਦੀ ਖਬਰਸਾਰ ਨੂੰ ਆਉਂਦਾ ਮਾੜਾ ਹੋਇਆ, ਆਹ ਤਾਂ 13ਵੀਂ ਹੋਈ, ਲੋੜਾ ਆ ਗਿਆ, ਹੁਣ ਕੀ ਬਣੂ, ਤੇ ਅਜਿਹੀਆਂ ਫਿਸੀਆਂ ਗੱਲਾਂ ਕਰਕੇ ਉਹਨੂੰ ਡੋਲਦੇ ਨੂੰ ਹੋਰ ਡੁਲਾ ਦਿੰਦਾ ਤੇ ਉਹ ਨਿਆਣਿਆਂ ਵਾਂਗ ਰੋਣ ਲੱਗ ਪੈਂਦਾ ਤੇ ਉਧਰ ਸਾਰਾ ਦਿਨ ਕਰਤਾਰੀ ਪੁੱਠੀਆਂ ਸਿੱਧੀਆਂ ਕਹਿਣੋਂ ਨਹੀਂ ਸੀ ਹਟਦੀ। ਸਭ ਤੋਂ ਵੱਡੀ ਗੱਲ ਜਿਹੜੀ ਭਗਤੇ ਲਈ ਕਦੇ ਕਦੇ ਅਸਹਿ ਹੋ ਜਾਂਦੀ ਸੀ, ਉਹ ਸੀ ਕੰਮ ਦਾ ਫਿਕਰ। ਬਿਸ਼ਨਾ ਘਰ ਦਾ ਆਗੂ ਹੋਣ ਕਰਕੇ ਅੱਜ ਤਾਈਂ ਭਗਤੇ ਦੇ ਕੰਮ ਬਾਰੇ ਕਦੇ ਆਪਣੇ ਤੇ ਕੋਈ ਜ਼ਿੰਮੇਵਾਰੀ ਨਹੀਂ ਸੀ ਸਮਝੀ। ਅਜੇ ਤੱਕ ਉਹਨੂੰ ਗਾਹਕ ਨਾਲ ਚੰਗੀ ਤਰ੍ਹਾਂ ਗੱਲ ਕਰਨ ਦਾ ਵੱਲ ਵੀ ਨਹੀਂ ਸੀ ਆਇਆ। ਕਾਰੀਗਰ ਉਹ ਬਿਸ਼ਨੇ ਨਾਲੋਂ ਵੀ ਚੰਗਾ ਸੀ। ਸੰਦੂਕ, ਗੱਡੇ ਦੀਆਂ ਜੋੜੀਆਂ, ਰੇਹੜੀਆਂ ਬਣਾਉਣ 'ਚ ਸਾਰੇ ਇਲਾਕੇ 'ਚੋਂ ਉੱਘਾ ਸੀ, ਪਰ ਲੱਕੜ ਦਾ ਸੌਦਾ ਕਰਨ, ਬਾਜ਼ਾਰੋਂ ਸਮਾਨ ਖਰੀਦਣ ਤੇ ਬਣਿਆ ਮਾਲ ਵੇਚਣ ਦਾ ਉਹਨੂੰ ਕੋਈ ਢੰਗ ਨਹੀਂ ਸੀ ਆਇਆ। ਕੱਲ੍ਹ ਦਾ ਉਹ ਇਹਨਾਂ ਵਹਿਣਾਂ 'ਚ ਹੀ ਪਿਆ ਹੋਇਆ ਸੀ ਵੀ ਹੁਣ ਕੰਮ ਕਿਵੇਂ ਚਲਾਏਗਾ। ਆਪੇ ਹੀ ਕਦੇ ਕਦੇ ਉਹਨੂੰ ਕੁਝ ਹੌਸਲਾ ਵੀ ਹੁੰਦਾ, ਆਪੇ ਹੀ ਢੇਰੀ ਢਾਹ ਪੈਂਦਾ। ਪਰ ਬੁੱਧੇ ਨੇ ਜਦੋਂ ਉਹਨੂੰ ਆ ਕੇ ਬਿਸ਼ਨੇ ਦਾ ਫੈਸਲਾ ਸੁਣਾਇਆ ਤਾਂ ਭਗਤੇ ਦਾ ਚਿੱਤ ਤਕੜਾ ਹੋ ਗਿਆ। ਬੁੱਧੇ ਨੂੰ ਨਾਲ ਲਾ ਕੇ ਉਹ ਕੰਮ ਰੇੜ ਸਕਦਾ ਸੀ। ਕੁਝ ਪੁਰਾਣੀ ਪੈਂਟ ਦੀ ਤਸੱਲੀ ਹੋਵੇ ਵੀ ਹੁਣ ਉਹ ਭੁੱਖਾ ਨਹੀਂ ਮਰੂਗਾ। ਪਰ ਅਜੇ ਵੀ ਉਹ 2 ਦਿਨ ਹੋਰ ਮੰਜਿਓ ਨਾ ਉੱਠ ਸਕਿਆ। ਨਾਲ ਹੀ ਜਦੋਂ ਬਾਹਰਲੇ ਘਰ ਦਾ ਮਲਬਾ ਸੜਨ ਵਾਲੀ ਗੱਲ ਸੁਣ ਲਈ ਤਾਂ ਸਰੀਰ 'ਚ ਆਇਆ ਮਾੜਾ ਮੋਟਾ ਸਾਹ ਸੱਤ ਇੱਕ ਵਾਰ ਫੇਰ ਨਿਕਲ ਗਿਆ। ਬੁੱਧਾ ਇਕੱਲਾ ਹੀ 2 ਦਿਨ ਵਿਹੜੇ 'ਚ ਕੰਮ ਵਾਲਾ ਥਾਂ ਸਵਾਰਨ ਲੱਗਿਆ ਰਿਹਾ। ਦੋਹਾਂ ਦਰਵਾਜ਼ਿਆਂ ਦੇ ਕੋਠੜੀਆਂ ਵਿਚਕਾਰ ਪਿਛਲੇ ਪਾਸੇ ਸਿੱਧਾ ਲੰਮਾ ਵਰਾਂਡਾ ਸੀ, ਅਗਲੇ ਪਾਸੇ ਖੁੱਲ੍ਹਾ ਵਿਹੜਾ। ਸਿਆਲ 'ਚ ਕੰਮ ਲਈ ਵਿਹੜਾ ਵਰਤਿਆ ਜਾ ਸਕਦਾ ਸੀ ਤੇ ਗਰਮੀ 'ਚ ਬਿਸ਼ਨੇ ਦੇ ਹਿੱਸੇ ਵਾਲਾ
ਰਸਤਾ ਵਾਲੇ ਪਾਸੇ ਲੱਗਦਾ ਦਰਵਾਜ਼ਾ। ਪਰ ਫਿਰ ਵੀ ਬੁੱਧੇ ਨੇ ਵਿਹੜੇ ਵਿੱਚ ਥੰਮੀਆਂ ਗੱਡ ਕੇ ਸਰਕੜੇ ਦੇ ਪੂਲੇ ਪਿੰਡੋਂ ਲਿਆ ਕੇ ਛੱਪਰ ਬੰਨ ਲਿਆ ਤੇ 4-5 ਜਾਣੂ ਪੱਲੇਦਾਰ ਇਕੱਠੇ ਕਰਕੇ ਥੰਮੀਆਂ ਤੇ ਟਿਕਾਤੇ। ਉਹਦੇ ਹੇਠ ਅੱਡਾ ਗੱਡ ਦਿੱਤਾ। ਆਰੀਆਂ ਤੇ ਸੇਰੰਦੇ ਸੱਥਰੇ ਸਭ ਉਹਨੇ ਤਿੱਖੇ ਕਰ ਲਏ। ਪਰ ਇਸ ਪਿੱਛੋਂ ਜਿਵੇਂ ਹੱਥਲ ਹੋ ਕੇ ਬਹਿ ਗਿਆ, ਕਿਉਂਕਿ ਕੋਈ ਕੰਮ ਵਿੱਢਣ ਜੋਗਾ ਉਹ ਨਹੀਂ ਸੀ। ਬਾਹਰਲੇ ਘਰੋਂ ਲਿਆਂਦੀਆਂ ਲੱਕੜਾਂ ਨੂੰ ਜਾਚਿਆ ਤੇ ਫਿਰ ਭਗਤੇ ਕੋਲ ਜਾਂਦਾ ਰਿਹਾ। ਲੈ ਹੁਣ ਉੱਠ ਕੇ ਮੈਨੂੰ ਦੱਸ ਕਿਹੜੀ ਲੱਕੜ ਤੱਛਣ ਲੱਗਾ, ਪਰ ਫਿਰ ਭਾਵੇਂ ਆ ਕੇ ਇਸੇ ਘੋਰਨੇ 'ਚ ਵੜ ਜੀ, ਹੱਸਦਿਆਂ ਉਹਨੇ ਕਿਹਾ। ਭਗਤਾ ਵੀ ਇੰਨੇ ਦਿਨਾਂ ਦਾ ਪਿਆ ਅੱਕ ਗਿਆ ਸੀ। ਭਾਵੇਂ ਮਾੜੀ ਮੋਟੀ ਚਾਹ ਤੋਂ ਬਿਨਾਂ ਉਹਨੇ 3 ਦਿਨਾਂ ਦਾ ਖਾਧਾ ਵੀ ਕੁਛ ਨਹੀਂ ਸੀ, ਪਰ ਬੁੱਧੇ ਦੀ ਵਿਅੰਗ ਤੇ ਕੁਝ ਹੌਸਲੇ ਨਾਲ ਆਖੀ ਗੱਲ ਤੇ ਉਹਨੇ ਉਹਦੇ ਅਕੇਵੇਂ ਨੂੰ ਬਲੀ ਬਣਾਤਾ। ਹੰਬਲਾ ਮਾਰ ਕੇ ਛੇਤੀ ਦੇਣੇ ਉੱਠਿਆ, ਸਿਰ ਤੇ ਪੱਗ ਵਲੇਟਣ ਲੱਗ ਪਿਆ। ਕਰਤਾਰੀਏ ਲਿਆਈ ਇੱਥੋਂ ਗੁੜ ਦੀ ਰੋੜੀ, ਬੀਬੀ ਬਾਹਰ ਵਧਣ ਲੱਗੀ ਹੈ। ਬੁੱਧੇ ਦਾ ਮਖੌਲ ਤੇ ਠਾਕਾ ਸੁਣ ਕੇ ਭਗਤੇ ਦੀ ਮੱਲੋ ਮੱਲੀ ਹਾਸੀ ਨਿਕਲ ਗਈ। ਓਏ ਹੁਣ ਬਸ ਵੀ ਕਰ, ਮਰਨਾਊ ਆਵਾਜ਼ 'ਚ ਭਗਤੇ ਨੇ ਮੁਸਕਰਾਉਂਦਿਆਂ ਆਖਿਆ। ਪਰ ਬੁੱਧਾ ਹੋਰ ਮੱਛਰ ਗਿਆ। ਲੈ ਨੈ ਫੇਨ ਬਚਕਨ ਦੇ ਗੁਣਗੁਣੀ ਤੇ ਉਸੇ ਵਾਂਗ ਮਰਨਾਊ ਆਵਾਜ਼ ਬਣਾ ਕੇ ਭਗਤੇ ਦੀ ਨਕਲ ਲਾਉਂਦਿਆਂ ਬੋਲਿਆ ਤੇ ਉਹਦੀ ਬਾਂਹ ਫੜ ਕੇ ਤਾਂ ਨੂੰ ਖਿੱਚਦਾ ਬੋਲਿਆ, ਵਾਖਰੂ ਸੱਚਿਆ ਪਾਤਸ਼ਾਹ ਤੂੰ ਹੀ ਐ, ਛਿੱਕ ਬੁੱਕ ਤੋਂ ਬਚਾਈ। ਭਗਤੇ ਨੇ ਪੱਗ ਬੰਨ੍ਹ ਕੇ ਜੁੱਤੀ ਪਾਈ। ਜਦੋਂ ਉੱਠ ਕੇ ਖੜਾ ਹੋਣ ਲੱਗਿਆ, ਬੁੱਧੇ ਦੇ ਹੱਥ 'ਚ ਫੜੀ ਉਹਦੀ ਬਾਂਹ ਨੂੰ ਥੱਪੜੇ ਕਰਕੇ ਉਹ ਤਾਂ ਖਿੱਚਿਆ, ਦੂਜੀ ਬਾਂਹ ਉਹਦੇ ਮੋਢੇ ਉੱਤੋਂ ਦੀ ਇਉਂ ਵੜ ਲਈ ਜਿਵੇਂ ਕੋਈ ਕੁੜੀ ਸੱਜ ਵਿਆਹੀ ਸਹੇਲੀ ਨੂੰ ਗੱਡੀ ਚੜਾਉਣ ਲੱਗੀ ਹੋਵੇ। ਕਰਤਾਰੀ ਬੁੱਧੇ ਨੂੰ ਬੋਲਦਿਆਂ ਸੁਣ ਕੇ ਕੋਠੜੀ ਦੇ ਬੂਹੇ ਅੱਗੇ ਆ ਖੜੋਤੀ ਤੇ ਉਹਨੂੰ ਇਉਂ ਹੱਸਦਿਆਂ ਵੇਖ ਕੇ ਉਹਦੀ ਵੀ ਹਾਸੀ ਨਿਕਲ ਗਈ। ਸਾਡੀ ਹੀਰ ਮਜਾਜਣ ਆਈ, ਰਸਤਾ ਛੋੜ ਦਿਓ, ਜਿੰਦ ਨੀ ਕੇ ਦਾਲ ਕਟੋਰੇ ਦੀ। ਬੂਹੇ ਦੇ ਨੇੜੇ ਆਉਣ ਤਾਈਂ ਬੁੱਧਾ ਭਗਤੇ ਨੂੰ ਵਿਆਹਲੀ ਵਾਂਗ ਤੋਰੀ ਆਉਂਦਾ। ਗੀਤਾਂ ਦੀਆਂ 2-3 ਲਿਲਕਾਂ ਬਦਲ ਗਿਆ। ਉਹਨੂੰ ਇੰਜ ਗਾਉਂਦਿਆਂ ਸੁਣ ਕੇ ਕਰਤਾਰੀ ਉੱਚੀ ਉੱਚੀ ਹੱਸ ਪਈ। ਭਗਤਾ ਵੀ ਕੱਚੀ ਜੀ ਹਾਸੀ ਹੱਸਦਿਆਂ ਚੁੱਪ ਕੀਤਾ। ਬੁੱਧੇ ਦੇ ਮੋਢੇ ਦਾ ਸਹਾਰਾ ਲੈ ਕੇ ਤੁਰਿਆ ਆਇਆ। ਵਿਹੜੇ 'ਚ ਲਿਆ ਕੇ ਬੁੱਧੇ ਨੇ ਉਹਨੂੰ ਭਰੂੰਗੜੀ ਤੇ ਬਿਠਾਤਾ। ਛੇਤੀ ਦੇਣੇ ਵਿਹੜੇ ਦੇ ਵੱਡੇ ਬੂਹੇ ਵੱਲ ਭੱਜਦਿਆਂ ਬੋਲਿਆ, ਕਰਤਾਰੀਏ ਇਹਨੂੰ ਬੋਚੀ, ਕੇਰਾਂ ਮੈਂ ਬਾਹਰ ਅੜਾ ਦਿਆਂ, ਜੇ ਬੁੱਲਾ ਵੱਜ ਗਿਆ ਤਾਂ ਜਾ ਜਾਂਦੀ ਹੋ ਜੂ। ਜਦ ਤਾਈਂ ਬੁੱਧਾ ਵਿਹੜੇ ਦਾ ਗੱਡਾ ਲੰਘੂ ਬੂਹਾ ਭੀੜ ਕੇ ਮੁੜਿਆ। ਭਗਤਾ ਛੱਪਰ ਤੇ ਸਾਰਾ ਸੰਦ ਸਵੇਲਾ ਥਾਂ ਸਿਰ ਵੇਖ ਕੇ ਖਿੜ ਚੁੱਕਿਆ ਸੀ। ਉਹਦਾ ਮੂੰਹ ਭਾਵੇਂ ਵਸਾਰ ਵਰਗਾ ਪੀਲਾ ਸੀ, ਪਰ ਬੁੱਧੇ ਦੀ ਮਿਹਨਤ ਨੇ ਉਹਦੀਆਂ ਅੱਖਾਂ ਲਿਸ਼ਕਾਤੀਆਂ। ਬੁੱਧੇ ਨਾਲ ਜਿਹੜਾ ਉਹਦਾ ਪਹਿਲੇ ਦਿਨ ਦਾ ਮੋਹ ਸੀ, ਉਹ ਭਗਤੇ ਦੀਆਂ ਅੱਖਾਂ 'ਚ ਉਛਲ ਪੈਣ ਨੂੰ ਕਰਦਾ ਸੀ। ਕਿੰਨਾ ਚਿਰ ਭਗਤੇ ਤੋਂ ਬੋਲਿਆ ਨਾ ਗਿਆ ਤੇ ਸੰਗ ਭਰਿਆ ਲੱਗਣ ਲੱਗ ਪਿਆ। ਬੁੱਧੇ ਨੇ ਵਾਪਸ ਮੁੜਦਿਆਂ ਉਹਦੀ ਨਿਗਾਹ ਤਾੜੀ ਤੇ ਗੰਭੀਰ ਹੋ ਕੇ ਮੁਸਕਰਾਇਆ। ਕਰਤਾਰੀ ਤਾਂ ਉਂਝ ਹੀ ਪਰਸੋਂ ਦੀ ਬੜੀ ਹੌਸਲੇ 'ਚ ਹੋਈ ਫਿਰਦੀ ਸੀ। ਉਹ ਕੰਧੋਲੀ ਕੋਲ ਪਏ ਮੂਹਰੇ ਤੇ ਬਹਿ ਕੇ ਮਾੜਾ ਜਿਹਾ ਘੁੰਡ ਕੱਢ ਕੇ ਉਹਨੂੰ ਵੇਖਣ ਲੱਗ ਪਈ। ਮੇਰੀ ਐਂ ਸਲਾਹ ਭਗਤਿਆ, 4 ਕੁ ਹੱਥ ਲੰਮੇ ਟਾਹਲੀ ਦੇ ਡਾਹਣੇ ਕੋਲ ਬਹਿੰਦਿਆਂ ਬੁੱਧੇ ਨੇ ਕਿਹਾ, ਇਹਦੀਆਂ ਨਾਭਾਂ ਬਣਾਈਏ। ਮੈਂ ਮੱਥਾ ਮਿਣਿਆ ਸੀ, 2 ਉਂਗਲਾਂ ਵੱਧ ਹੈ। ਗੱਜ ਆਪਾਂ 22 ਤੋਂ ਲਿਆਵਾਂਗੇ। ਉਹਦੇ ਕੋਲੇ 3 ਜੋੜੀਆਂ ਦੇ ਪਏ ਐ। ਇੱਕ ਬਚਨੇ ਦੀ ਕਿੱਕਰ ਖੜੀ ਹੈ ਕੱਸੀ ਤੇ, ਸਸਤੀ ਬਣ ਜੂ। ਪੁੱਠੀਆਂ ਆਸਤੇ ਉਹਦਾ ਸੌਦਾ ਮਾਰ ਲਾਂਗੇ। ਇੱਕ ਜੋੜੀ ਤਾਂ ਬਣਾਈਏ ਨਾ, ਹੋਰ ਫਿਰ ਮਗਰੋਂ ਸੋਚ ਲਾਂਗੇ। ਹੈਂ ਇੱਕ ਸਹਾਈ ਬੁੱਧਾ ਸਾਰੀ ਗੱਲ ਦੱਸ ਗਿਆ। ਭਗਤੇ ਨੂੰ ਲੱਗਿਆ ਜਿਵੇਂ ਉਹਨੂੰ ਕਿਸੇ ਨੇ ਸੰਜੀਵਨੀ ਬੂਟੀ ਦੇ ਦਿੱਤੀ ਹੋਵੇ। ਆਪਣੇ ਸਾਰੇ ਅੰਗਾਂ 'ਚ ਇੱਕ ਤਾਜ ਜਿਹਾ ਆਉਂਦਾ ਜਾਪਿਆ ਤੇ ਹੂੰ ਕਹਿ ਕੇ ਹੌਲੀ ਦੇਣੇ ਉੱਠ ਕੇ ਡਾਹਣੇ ਦੇ ਉਰਲੇ ਮੱਥੇ ਵੱਲ ਔਲਿਆ। ਉਹਨੂੰ ਇੰਜ ਮੰਜਿਓਂ ਉਤਰ ਕੇ ਡਾਹਣੇ ਵੱਲ ਔਲਦਿਆਂ ਤੇ ਪੈਰਾਂ ਭਾਰ ਖਿਸਕਦਿਆਂ ਵੇਖ ਕੇ ਬੁੱਧੇ ਨੂੰ ਹੋਰ ਮਖੌਲ ਔੜਿਆ, ਪਰ ਭਗਤੇ ਦਾ ਗੰਭੀਰ ਮੂੰਹ ਵੇਖ ਕੇ ਮੁਸਕਰਾ ਕੇ ਚੁੱਪ ਕਰ ਗਿਆ। ਚੱਪਿਆਂ ਨਾਲ ਡਾਹਣੇ ਦਾ ਮੱਥਾ ਮਿਣਦਿਆਂ ਭਗਤੇ ਨੇ ਹੌਲੀ ਦੇਣੇ ਹੁੰਗਾਰਾ ਭਰਿਆ ਤੇ ਕੁਝ ਕਰਾਰ ਨਾਲ ਬੋਲਿਆ, ਲਾਲੀ ਵੀ ਪੂਰੀ ਹੈ। ਲਾਲੀ? ਬੁੱਧੇ ਨੇ ਹੋਰ ਹੌਸਲੇ ਨਾਲ ਆਖਿਆ, ਵੇਖੀ ਸਹੀ, ਇਹਦੇ ਤਾਂ ਢਿੱਡ ਤੇ ਵੀ ਭੋਰਾ ਬੱਗੋ ਨਹੀਂ ਰਹਿਣੀ। ਨਾਭਾਂ ਬਣਨਗੀਆਂ ਕੇਰਾਂ ਸੱਪਾਂ ਦੇ ਫਾਣਾ ਵਰਗੀਆਂ। ਫਿਰ ਭਗਤੇ ਨੂੰ ਬੁੱਧੇ ਨੇ ਅਜਿਹਾ ਗੱਲੀ ਲਾਇਆ ਕਿ ਉਹਨੂੰ ਆਪਣੀ ਸਾਰੀ ਕਮਜ਼ੋਰੀ ਭੁੱਲ ਗਈ ਤੇ ਭੁੰਜੇ ਹੀ ਬੈਠਾ ਕਿੰਨਾ ਚਿਰ ਬੁੱਧੇ ਨਾਲ ਕੰਮ ਦੀਆਂ ਸਲਾਹਾਂ ਕਰਦਾ ਰਿਹਾ। ਆਥਣੇ ਹੀ ਭਗਤੇ ਨੇ ਮੂੰਗੀ ਦੀ ਦਾਲ ਨਾਲ 2 ਰੋਟੀਆਂ ਵੀ ਖਾ ਲਈਆਂ ਤੇ ਅਗਲੇ ਦਿਨ ਤੜਕੇ ਹੀ ਚਾਹ ਪੀ ਕੇ ਅੱਡੇ ਤੇ ਆ ਬੈਠਾ। ਬੁੱਧਾ 2 ਹੱਥੀਂ ਆਰੀ ਲੈ ਕੇ ਕੱਲਾ ਹੀ ਟਾਹਲੀ ਤੇ ਉਸ ਡਾਹਣੇ ਨੂੰ ਮੋਛਾ ਪਾਉਣ ਲੱਗ ਪਿਆ। ਭਗਤਾ 1-2 ਵਾਰੀ ਆਰੀ ਦੀ ਹੱਥੀ ਫੜਨ ਲਈ ਔਲਿਆ, ਪਰ ਬੁੱਧੇ ਨੇ ਉਹਨੂੰ ਰੋਕਤਾ। ਆਰੀ ਦਾ ਪੱਤ ਦੁੱਪੜ ਹੋਣ ਕਰਕੇ ਡੋਲਾ ਘੱਟ ਖਾਂਦੀ ਸੀ।
ਮੋਛੇ ਕੱਲਿਆਂ ਲਾਉਣ ਦੀ ਬੁੱਧੇ ਨੂੰ ਚੰਗੀ ਜਾਤ ਸੀ ਤੇ ਜਦੋਂ ਤਿੱਖੀ ਆਰੀ ਦੇ ਦੰਦਿਆਂ ਨੇ ਦਾਖੀ ਰੰਗ ਦਾ ਬੂਰ ਕੱਢ ਬਾਹਰ ਸੁੱਟਣਾ ਸ਼ੁਰੂ ਕੀਤਾ ਤਾਂ ਉਹਦੀ ਮਹਿਕ ਨਾਲ ਭਗਤੇ ਦਾ ਅੰਦਰ ਸਜਰਾ ਹੋ ਗਿਆ। ਉੱਠ ਕੇ ਡਾਣੇ ਦੇ ਕੋਲ ਆ ਬੈਠਾ ਤੇ ਬੂਰ ਚੁੱਕ ਕੇ ਉਹਨੂੰ ਉਂਗਲਾਂ ਨਾਲ ਮਲਣ ਲੱਗ ਪਿਆ। ਮਾਸਾ ਕੋ ਗਿੱਲ ਲੱਗਦੀ ਹੈ। ਨਹੀਂ, ਇਹ ਤਾਂ ਜੇ ਲੱਕੜ ਤੇਲ 'ਚ ਪਈ ਰਹੇ ਤਾਂ ਵੀ ਇੰਨੀ ਕੁ ਤਾਂ ਹੋ ਹੀ ਜਾਂਦੀ ਹੈ, ਬੁੱਧੇ ਨੇ ਆਰੀ ਰੋਕਦਿਆਂ ਕਿਹਾ। ਫਿਰ ਬੁੱਧਾ ਆਰੀ ਨੂੰ ਹੇਠ ਧਸਾਉਂਦਿਆਂ ਗਿਆ। ਭਗਤਾ ਉਹਦੇ ਕੋਲ ਬੈਠਾ ਬੂਰ ਦੀ ਮਹਿਕ ਦੇ ਕੰਮ ਦੇ ਸਵਾਦ ਨਾਲ ਪਲੋ ਪਲੀ ਜਿਵੇਂ ਨਰੋਆ ਹੁੰਦਾ ਗਿਆ। ਉਦੋਂ 4-5 ਦਿਨ ਪਿੱਛੋਂ ਹੀ ਭਗਤਾ ਪੂਰੇ ਜ਼ੋਰ ਨਾਲ ਕੰਮ ਕਰਨ ਲੱਗ ਪਿਆ। ਉਹਨੂੰ ਮਗਰ ਲਈ ਸਾਰੀ ਹੋਈ ਬੀਤੀ ਜਿਵੇਂ ਵਿਸਰ ਗਈ ਸੀ। ਧੰਨਵਾਦ।